ਹੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ, ਸਾਡੇ ਸਾਰਿਆਂ ਦੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ, ਅੰਤਰਜਾਮੀ ਸੁਖ ਨਿਧਾਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਗੁਰੂ ਰੂਪ ਗੁਰੂ ਪਿਆਰੀ ਸੰਗਤ ਜੀ, ਆਪ ਜੀ ਬੜੇ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੇ ਹਜ਼ੂਰ ਬੈਠ ਕੇ ਸਤਿਗੁਰੂ ਜੀ ਦੇ ਸੁੰਦਰ ਦਰਸ਼ਨ ਕਰ ਰਹੇ ਹੋ। ਗੁਰਬਾਣੀ ਜੀ ਦਾ ਮਨੋਹਰ ਕੀਰਤਨ ਗੁਰੂ ਪਿਆਰਿਆਂ ਪਾਸੋਂ ਆਪ ਜੀ ਨੇ ਬੜੇ ਹੀ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਓ ਕੁਝ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜੀਏ। ਗੁਰੂ ਘਰ ਦਾ ਮਹਾਨ ਪਵਿੱਤਰ ਇਤਿਹਾਸ ਹਰ ਰੋਜ਼ ਹੀ ਆਪਾਂ ਪਿਆਰ ਦੇ ਨਾਲ ਕਥਾ ਸਰਵਣ ਕਰਦੇ ਹਾਂ। ਸੁਰਤੀਆਂ ਜੋੜੋ, ਪਿਆਰ ਨਾਲ ਗੱਜ ਕੇ ਹਾਜ਼ਰੀ ਲਵਾਉਂਦਿਆਂ ਹੋਇਆਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰ ਉਪਕਾਰੀ। ਦਲਾਂ ਨੂੰ ਭੰਜਣ ਵਾਲੇ, ਦਲਾਂ ਨੂੰ ਨਾਸ ਕਰਨ ਵਾਲੇ ਯੋਧੇ ਸੂਰਮੇ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਆਪ ਜੀ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਸਾਧ ਸੰਗਤ ਜੀ, ਆਪ ਜੀ ਨੇ ਸਰਵਣ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬਹੁਤ ਮਹਾਨ ਸਿੱਖ ਇੱਕ ਰਹਿੰਦਾ ਹੈ, ਜਿਨ੍ਹਾਂ ਦਾ ਨਾਮ ਹੈ ਭਾਈ ਗੜੀਆ ਜੀ। ਭਾਈ ਗੜੀਆ ਜੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਦੇ ਸਿੱਖ ਹਨ। ਭਾਈ ਗੜੀਆ ਜੀ ਨੂੰ ਗੁਰੂ ਜੀ ਨੇ ਆਪਣਾ ਰੂਪ ਬਣਾ ਕੇ ਕਸ਼ਮੀਰ ਦੇ ਵਿੱਚ ਭੇਜਿਆ ਜੀ। ਉੱਥੋਂ ਦੀਆਂ ਸੰਗਤਾਂ ਦਸਵੰਧ ਇਕੱਠਾ ਕਰਕੇ ਬੈਠੀਆਂ ਹਨ। ਮਹਾਰਾਜ ਨੇ ਭੇਜਿਆ ਵੀ ਜਾਓ ਦਸਵੰਧ ਇਕੱਠਾ ਕਰਕੇ ਲੈ ਕੇ ਆਓ। ਭਾਈ ਗੜੀਆ ਜੀ ਮੁੱਖ ਵਿੱਚ ਗੁਰੂ ਜੀ ਦਾ ਨਾਮ ਹੈ, ਹਿਰਦੇ 'ਚ ਗੁਰੂ ਜੀ ਦਾ ਧਿਆਨ ਹੈ। ਇਸ ਤਰੀਕੇ ਦੇ ਨਾਲ ਤੁਰ ਪਏ ਜੀ। ਇੱਕ ਗੁਰਮੁਖਾਂ ਨੂੰ ਕਿਸੇ ਨੇ ਪੁੱਛਿਆ ਗੁਰਮਤਿ ਕਿਹਨੂੰ ਕਹਿੰਦੇ ਆ? ਗੁਰਮਤਿ ਸ਼ਬਦ ਬਹੁਤ ਚੱਲਦਾ, ਹਰ ਕੋਈ ਕਹਿੰਦਾ ਵੀ ਗੁਰਮਤਿ ਦੇ ਧਾਰਨੀ ਬਣੋ, ਪਰ ਗੁਰਮਤਿ ਕਹਿੰਦੇ ਕਿਹਨੂੰ ਨੇ ਜੀ? ਹਰ ਬੰਦਾ ਜ਼ੋਰ ਲਾਉਂਦਾ ਜੀ ਵੀ ਮੈਂ ਗੁਰੂ ਦੀ ਮੱਤ ਅਨੁਸਾਰ ਚੱਲਾਂ। ਦਿਨ ਰਾਤ ਕਥਾਵਾਚਕ ਗਿਆਨੀ ਸਿੰਘ ਕਹਿੰਦੇ ਆ ਵੀ ਗੁਰੂ ਦੀ ਮੱਤ ਦੇ ਅਨੁਸਾਰ ਚੱਲਣਾ ਚਾਹੀਦਾ। ਮਹਾਂਪੁਰਖੋ, ਗੁਰੂ ਦੀ ਮੱਤ ਹੈ ਕੀ ਹੈ? ਬਹੁਤੀ ਲੰਮੀ ਸਾਨੂੰ ਕਥਾ ਯਾਦ ਨਹੀਂ ਹੋਣੀ, ਤੇ ਤੁਸੀਂ ਕਿਰਪਾ ਕਰੋ ਤੇ ਥੋੜ੍ਹੇ ਸ਼ਬਦਾਂ ਦੇ ਵਿੱਚ ਗੁਰਮਤਿ ਦੀ ਸੋਝੀ ਪਾਓ ਵੀ ਗੁਰਮਤਿ ਕਹਿੰਦੇ ਕਿਹਨੂੰ ਨੇ। ਤੇ ਗੁਰੂ ਦੇ ਪਿਆਰਿਆਂ ਨੇ ਫਿਰ ਉੱਤਰ ਦਿੱਤਾ, ਭਾਈ ਮੁੱਖ ਵਿੱਚ ਗੁਰੂ ਜੀ ਦਾ ਨਾਮ, ਹਿਰਦੇ ਵਿੱਚ ਧਿਆਨ ਤੇ ਮੋਹ ਰਹਿਤ ਜੀਵਨ ਜਿਹੜਾ ਹੈ, ਇਹੋ ਹੀ ਗੁਰੂ ਦੀ ਮੱਤ ਹੈ ਜੀ। ਫਿਰ ਸੁਣ ਲਿਓ, ਮੁੱਖ ਵਿੱਚ ਨਾਮ, ਪਿਆਰ ਨਾਲ ਸਾਰੇ ਕਹੋ ਵਾਹਿਗੁਰੂ ਵਾਹਿਗੁਰੂ। ਹਿਰਦੇ 'ਚ ਗੁਰੂ ਜੀ ਦਾ ਧਿਆਨ। ਹੁਣ ਜਿਸ ਬੰਦੇ ਦੇ ਮੁੱਖ 'ਚ ਨਾਮ ਹੋਵੇਗਾ, ਹਿਰਦੇ 'ਚ ਧਿਆਨ ਹੋਵੇਗਾ, ਕਦੀ ਉਹ ਗਲਤ ਪਾਸੇ ਨਹੀਂ ਜਾਏਗਾ ਜੀ। ਗਲਤ ਕੰਮ ਸਾਡੇ ਕੋਲੋਂ ਉਦੋਂ ਹੁੰਦਾ ਜਦੋਂ ਹਿਰਦੇ ਤੋਂ ਗੁਰੂ ਜੀ ਦਾ ਧਿਆਨ ਨਿਕਲ ਜਾਂਦਾ ਜੀ। ਧਿਆਨ ਹੈ, ਡਰ ਹੈ, ਗਲਤ ਕੰਮ ਨਹੀਂ ਹੁੰਦਾ ਜੀ। ਮੁੱਖ ਵਿੱਚ ਨਾਮ, ਹਿਰਦੇ 'ਚ ਧਿਆਨ ਤੇ ਮੋਹ ਰਹਿਤ ਜੀਵਨ ਜੀ। ਕਿਸੇ ਚੀਜ਼ ਦੀ ਪਕੜ ਨਾ ਰੱਖਣੀ, ਇਹੋ ਹੀ ਗੁਰੂ ਦੀ ਮੱਤ ਹੈ ਜੀ। ਇਹਨਾਂ ਤਿੰਨਾਂ ਗੱਲਾਂ ਦੇ ਵਿੱਚ
ਸਭ ਕੁਝ ਹੀ ਆ ਜਾਂਦਾ ਜੀ। ਭਾਈ ਗੜੀਆ ਜੀ ਦਾ ਜਿਹੜਾ ਜੀਵਨ ਹੈ ਨਾ ਜੀ, ਉਹ ਗੁਰੂ ਦੀ ਮੱਤ ਵਾਲਾ ਹੈ ਜੀ। ਮੁੱਖ 'ਚ ਨਾਮ ਹੈ, ਹਿਰਦੇ 'ਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਿਆਨ ਹੈ, ਤੇ ਮੋਹ ਰਹਿਤ ਜੀਵਨ ਦੀ ਵਿਆਖਿਆ ਅੱਗੇ ਆ ਜਾਣੀ ਜੀ। ਕਿਸੇ ਚੀਜ਼ ਨਾਲ ਮੋਹ ਨਹੀਂ ਹੈਗਾ ਜੀ। ਹੁਣ ਆਮ ਤੌਰ ਤੇ ਨਾ ਤੇ ਸਾਡੇ ਮੁੱਖ 'ਚ ਨਾਮ ਵਸਦਾ ਜੀ, ਨਾ ਹਿਰਦੇ 'ਚ ਧਿਆਨ ਹੀ ਵੱਜਦਾ ਜੀ, ਤੇ ਪਕੜ ਹਰ ਚੀਜ਼ ਦੀ ਪੂਰੀ ਹੈਗੀ ਹੈ। ਇਸ ਕਰਕੇ ਸਾਨੂੰ ਗੁਰਮਤੀਏ ਨਹੀਂ ਕਿਹਾ ਜਾ ਸਕਦਾ ਜੀ। ਇਹਦੇ ਵਾਸਤੇ ਪੜ੍ਹਾਈ ਕਰਨੀ ਪੈਣੀ ਹੈ ਜੀ, ਪੜ੍ਹਾਈ ਕਰਨੀ ਪੈਣੀ ਹੈ। ਪਹਿਲਾਂ ਖੂਬ ਬੰਦਾ ਨਾਮ ਜਪੇ, ਅਭਿਆਸ ਕਰੇ, ਸਹਿਜੇ ਸਹਿਜੇ ਫਿਰ ਸੈੱਟ ਹੋ ਜਾਂਦਾ ਜੀ। ਭਾਈ ਗੜੀਆ ਜੀ ਨਾਮ ਜਪਦੇ ਜਪਦੇ ਤੁਰੇ ਜਾ ਰਹੇ ਆ। ਇੱਕ ਗੁਜਰਾਤ ਪਾਕਿਸਤਾਨ ਵਿੱਚ ਵੀ ਹੈ। ਭਾਈ ਸਾਹਿਬ ਜੀ ਉੱਥੇ ਪਹੁੰਚੇ ਜੀ। ਜਦੋਂ ਉੱਥੇ ਪਹੁੰਚੇ ਤੇ ਫਿਰ ਤੁਸੀਂ ਸੁਣਿਆ, ਗੁਜਰਾਤ ਦੇ ਵਿੱਚ ਮੁਸਲਮਾਨ ਧਰਮ ਨੂੰ ਮੰਨਣ ਵਾਲਾ ਇੱਕ ਸੰਤ ਰਹਿੰਦਾ ਹੈ, ਜਿਹਦਾ ਨਾਮ ਹੈ ਸਾਈਂ ਮੀਆਂ ਦੌਲਾ। ਮੀਆਂ ਦੌਲਾ ਕੇਵਲ ਮੁੱਖੋਂ ਨਹੀਂ ਵੀ ਲੋਕ ਉਹਨੂੰ ਸਾਈਂ ਕਹਿੰਦੇ ਆ, ਸੰਤ ਕਹਿੰਦੇ ਆ। ਮੀਆਂ ਦੌਲਾ ਦਾ ਜੀਵਨ ਵੀ ਸੰਤਾਂ ਵਾਲਾ ਹੈਗਾ ਜੀ। ਮੀਆਂ ਦੌਲਾ ਜੀ ਭਾਈ ਗੜੀਆ ਜੀ ਨੂੰ ਮਿਲਣ ਵਾਸਤੇ ਆਏ ਆ। ਭਾਈ ਗੜੀਆ ਜੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਜੀ। ਦੋਵਾਂ ਨੇ ਗੁਰੂ ਸਾਹਿਬ ਦੀ ਮਹਿਮਾ ਕੀਤੀ। ਤੇ ਮੀਆਂ ਦੌਲਾ ਜੀ ਕਹਿਣ ਲੱਗੇ, ਭਾਈ ਗੜੀਆ ਜੀ, ਲੋਕ ਤੁਹਾਡੀ ਬੜੀ ਸਿਫਤ ਕਰਦੇ ਆ। ਲੋਕ ਕਹਿੰਦੇ ਭਾਈ ਗੜੀਆ ਗੁਰੂ ਦਾ ਸਿੱਖ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਅਰਜਨ ਦੇਵ ਜੀ ਨੇ ਇੱਕ ਬਾਣੀ ਉਚਾਰੀ, ਜਿਹਨੂੰ ਸੁਖਮਨੀ ਸਾਹਿਬ ਕਹਿੰਦੇ ਤੁਸੀਂ। ਮੇਰੇ ਇੱਛਾ ਹੈਗੀ ਹੈ ਮੈਂ ਸੁਖਮਨੀ ਸਾਹਿਬ ਜੀ ਦਾ ਪਾਠ ਤੁਹਾਡੇ ਮੁਖੋਂ ਸੁਣਾ। ਭਾਈ ਗੜੀਆ ਜੀ ਮੀਆਂ ਦੌਲਾ ਨੂੰ ਕਹਿੰਦੇ 7 ਬਚਨ। ਮੀਆਂ ਦੌਲਾ ਵੱਡੀ ਉਮਰ ਦਾ ਸੀਗਾ ਜੀ। ਮੀਆਂ ਦੌਲੇ ਦੇ ਸਾਹਮਣੇ ਭਾਈ ਗੜੀਆ ਜੀ ਬੈਠ ਗਏ। ਪਹਿਲਾ ਸ਼ਲੋਕ ਪੜ੍ਹਿਆ, ਆਦ ਗੁਰ ਏ ਨਮਹਿ, ਜੁਗਾਦ ਗੁਰ ਏ ਨਮਹਿ, ਸਤ ਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ। ਚੇਤਾ ਰੱਖਿਓ, ਜਿਨ੍ਹਾਂ ਨੇ ਪਾਠ ਨਹੀਂ ਨਾ ਸਿੱਖਿਆ ਉਹ ਪਾਠ ਕਰਦੇ ਆਦ ਗੁਰੇ ਨਮਹਿ। ਗੁਰੇ ਪਾਠ ਨਹੀਂ ਹੈਗਾ ਜੀ। ਆਦ ਗੁਰ ਏ ਨਮਹਿ ਵੱਖ ਵੱਖ ਪਾਠ ਹੈਗੇ ਆ ਜੀ। ਜੁਗਾਦ ਗੁਰ ਏ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ। ਇਸ ਤਰ੍ਹਾਂ ਪਾਠ ਕਰਨਾ ਹੈ ਜੀ। ਭਾਈ ਗੜੀਆ ਜੀ ਨੇ ਪਾਠ ਕੀਤਾ। ਪਹਿਲੀ ਪੌੜੀ ਪੜ੍ਹੀ ਜੀ, ਅਸ਼ਟਪਦੀ ਹੈ, ਉਹਦਾ ਪਹਿਲਾ ਪਦਾ ਪੜ੍ਹਿਆ ਜੀ। ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਮਾਹੇ ਮਿਟਾਵੋ। ਇਹ ਜਦੋਂ ਪਹਿਲਾ ਪਦਾ ਹੋ ਗਿਆ ਨਾ ਜੀ, ਤੇ ਪਹਿਲੇ ਪਦੇ ਤੋਂ ਬਾਅਦ ਭਾਈ ਗੜੀਆ ਜੀ ਨੇ ਪਾਠ ਕੀਤਾ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਿਨਾ ਕੈ ਮਨ ਬਿਸਰਾਮ ਰਹਾਓ। ਤੇ ਮੀਆਂ ਦੌਲਾ ਆਨੰਦ 'ਚ ਹੋ ਗਿਆ। ਮੀਆਂ ਦੌਲਾ ਭਾਈ ਗੜੀਆ ਨੂੰ ਕਹਿਣ ਲੱਗਾ ਵੀ ਬਸ ਕਰ, ਮੇਰੀ ਤਸੱਲੀ ਹੋ ਗਈ ਹੈ। ਜੋ ਮੈਨੂੰ ਚਾਹੀਦਾ ਸੀ ਨਾ, ਉਹ ਆ 2 ਪੰਗਤੀਆਂ ਸੁਣ ਕੇ ਮੈਨੂੰ ਪ੍ਰਾਪਤ ਹੋ ਗਿਆ। ਕੱਲ ਵੀ ਆਪਾਂ ਵਿਚਾਰ ਕੀਤੀ ਸੀਗੀ। ਆਖਰੀ ਅਰਥ ਸੁਣਾ ਕੇ ਫਿਰ ਆਪਾਂ ਅੱਜ ਵਾਲਾ ਪ੍ਰਸੰਗ ਵਿਚਾਰਨਾ ਹੈ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਸੁੱਖਾਂ ਨੂੰ ਦੇਣ ਵਾਲਾ, ਸੁੱਖਾਂ ਦੀ ਮਣੀ ਅੰਮ੍ਰਿਤ ਪਰਮੇਸ਼ਰ ਦਾ ਨਾਮ ਹੈ ਜੀ। ਹੁਣ ਤੁਸੀਂ ਨਾਮ ਬਾਰੇ ਬੜਾ ਸੁਣਦੇ ਹੋ। ਨਾਮ ਜਪਣਾ ਚਾਹੀਦਾ। ਜਿੰਨੇ ਜੋਗਾ ਕੋਈ ਹੈਗਾ ਸੰਗਤ ਜੀ, ਉਹ ਨਾਮ ਜਪਣ ਦਾ ਯਤਨ ਵੀ ਬੜਾ ਕਰਦਾ ਜੀ। ਜਿੰਨੇ ਜੋਗਾ ਕੋਈ ਹੈਗਾ ਲੱਗਾ ਜੀ। ਹਾਂਜੀ, ਕੋਈ 2 ਮਿੰਟ ਵਾਹਿਗੁਰੂ ਵਾਹਿਗੁਰੂ ਬੋਲਦਾ, ਕੋਈ ਜਪਜੀ ਸਾਹਿਬ ਦਾ ਪਾਠ ਕਰਦਾ, ਕੋਈ ਇਕੱਲਾ ਦਿਹਾੜੀ 'ਚ ਰਹਿਰਾ ਸਾਹਿਬ ਹੀ ਕਰਦਾ, ਪਰ ਜਿੰਨੇ ਜੋਗਾ ਕੋਈ ਹੈਗਾ ਉਹ ਲੱਗਾ ਜੀ।
ਪਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛੋ, ਸੱਚੇ ਪਾਤਸ਼ਾਹ ਨਾਮ ਰਹਿੰਦਾ ਕਿੱਥੇ ਹੈ? ਪਰਮੇਸ਼ਰ ਦਾ ਨਾਮ ਮਿਲੂਗਾ ਕਿੱਥੋਂ? ਕੋਈ ਇਹੋ ਜੀ ਜਗ੍ਹਾ ਹੋਵੇ ਜਿੱਥੇ ਨਾਮ ਵੀ ਰਹਿੰਦਾ ਹੋਵੇ ਰੱਬ ਦਾ। ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਭਾਈ ਪਿਆਰਿਓ, ਸਾਰੇ ਸੁੱਖ ਦੇਣ ਵਾਲਾ ਪਰਮੇਸ਼ਰ ਦਾ ਨਾਮ, ਤੇ ਇਹ ਪਰਮੇਸ਼ਰ ਦਾ ਨਾਮ ਭਗਤਾਂ ਦੇ ਹਿਰਦੇ ਵਿੱਚ ਰਹਿੰਦਾ। ਕਹਿੰਦੇ ਭਗਤ ਜਨਾ ਕੈ ਮਨ ਬਿਸਰਾਮ। ਬਿਸਰਾਮ। ਭਗਤਾਂ ਦੇ ਮਨ ਵਿੱਚ ਨਾਮ ਰਹਿੰਦਾ ਹੈ। ਇਹ ਗੱਲ ਸੁਣੀ ਮੀਆਂ ਦੌਲਾ ਆਨੰਦ 'ਚ ਹੋ ਗਿਆ। ਮੀਆਂ ਦੌਲਾ ਕਹਿਣ ਲੱਗਾ ਵੀ ਤੂੰ ਧੰਨ ਹੈ ਭਾਈ ਗੜੀਏ, ਮੈਨੂੰ ਜੋ ਮਿਲਣਾ ਸੀ ਨਾ ਉਹ ਮਿਲ ਗਿਆ। ਇੱਕੋ ਹੀ ਪੰਕਤੀ ਸੁਣੀ ਜੀ, ਚਲੋ ਦੋ ਕਹਿ ਲਈਏ ਜੀ ਆਪਾਂ। ਸੁਖਮਨੀ ਸਾਹਿਬ ਜੀ ਦੀਆਂ ਦੋ ਪੰਕਤੀਆਂ ਸੁਣੀਆਂ ਤੇ ਮੀਆਂ ਦੌਲਾ ਕਹਿਣ ਲੱਗਾ ਵੀ ਮੈਨੂੰ ਜੋ ਮਿਲਣਾ ਹੀ ਮਿਲ ਗਿਆ। ਚਲੋ ਮੈਂ ਖੰਡਨ ਨਹੀਂ ਕਰਦਾ ਜੀ। ਜੇ ਮੈਂ ਇੱਥੇ ਇਹ ਕਹਿ ਦਿਆਂ ਵੀ ਇੱਥੇ ਸਾਰਾ ਪਾਠ ਕਰਨ ਵਾਲਿਆਂ ਨੂੰ ਕੁਝ ਨਹੀਂ ਮਿਲਦਾ ਤੇ ਮੇਰੀ ਭੁੱਲ ਹੈਗੀ ਹੈ ਜੀ। ਕਿਉਂ ਨਹੀਂ ਮਿਲਦਾ ਜੀ? ਬੜਾ ਕੁਝ ਮਿਲਦਾ ਜੀ। ਅਸਲ 'ਚ ਆਪੋ ਆਪਣੀ ਅਵਸਥਾ ਹੈਗੀ ਸਾਧ ਸੰਗਤ ਦੀ, ਆਪੋ ਆਪਣੀ ਅਵਸਥਾ। 1.5 ਘੰਟਾ ਲਾ ਕੇ ਜਿਹੜਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ, ਹੋਰ ਭਾਵੇਂ ਕੁਝ ਮਿਲਿਆ ਜਾਂ ਨਹੀਂ ਮਿਲਿਆ, ਪਹਿਲਾਂ ਉਹਦਾ 1.5 ਘੰਟਾ ਸਫਲਾ ਹੋਇਆ ਜੀ। ਉਹ ਸਮਾਂ ਸਫਲਾ ਹੋ ਗਿਆ ਜੀ। ਗੁਰੂ ਸਾਹਿਬ ਲਿਖ ਕੇ ਦੇ ਕੇ ਗਏ, ਬੋਲ ਹਰ ਨਾਮ ਸਫਲ ਸਾ ਘੜੀ ਘਰੀ। ਆਖੋ ਵਾਹਿਗੁਰੂ। ਸਮਾਂ ਸਫਲਾ, ਫਿਰ ਸੁੱਖ ਮਿਲਦੇ ਆ। ਤੇ ਜਿਹਨੇ ਗਿਆਨ ਪ੍ਰਾਪਤ ਕਰਨਾ ਹੈ ਨਾ ਜੀ, ਉਹਨੂੰ ਇੱਕ ਪੰਕਤੀ ਬਹੁਤ ਹੈ ਜੀ। ਜਿਹਨੇ ਗਿਆਨ ਪ੍ਰਾਪਤ ਕਰਨਾ ਜੀ, ਮੀਆਂ ਦੌਲਾ ਕਹਿੰਦਾ ਮੈਨੂੰ ਪ੍ਰਾਪਤ ਹੋ ਗਿਆ। ਤੇ ਭਾਈ ਗੜੀਆ ਜੀ ਸੁਣ ਕੇ ਬੜਾ ਖੁਸ਼ ਹੋਏ। ਉਹ ਮੀਆਂ ਦੌਲੇ ਨੂੰ ਕਹਿੰਦੇ ਵੀ ਤੂੰ ਧੰਨ ਹੈ। ਕਹਿੰਦੇ ਇੱਕ ਪੰਕਤੀ ਸੁਣ ਕੇ ਆਨੰਦ 'ਚ ਹੋ ਗਿਆ। ਸੋ ਇੱਥੋਂ ਤੱਕ ਤੁਸੀਂ ਕਥਾ ਸੁਣੀ। ਹੁਣ ਆਪਾਂ ਅੱਗੋਂ ਕਥਾ ਸੁਣੀਏ। ਭਾਈ ਗੜੀਆ ਜੀ ਗੁਜਰਾਤ ਵਿੱਚ ਹਨ ਜੀ, ਗੁਜਰਾਤ ਵਿੱਚ ਹਨ। ਹੁਣ ਆਪਾਂ ਅੱਗੋਂ ਕਥਾ ਸੁਣੀਏ। ਪਿਆਰ ਦੇ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਦਿਨ ਦੋ ਇੱਕ ਰਹਿ ਗੜੀਆ ਚੱਲਿਓ। 2 ਦਿਨ ਭਾਈ ਗੜੀਆ ਜੀ ਉੱਥੇ ਗੁਜਰਾਤ ਵਿੱਚ ਰਹੇ ਜੀ, ਸੰਗਤਾਂ ਦੇ ਦਰਸ਼ਨ ਕਰਦੇ ਰਹੇ ਜੀ। 2 ਦਿਨ ਬਾਅਦ ਭਾਈ ਗੜੀਆ ਜੀ ਉੱਥੋਂ ਚੱਲ ਪਏ ਜੀ। ਹਾਂਜੀ। ਤਬ ਹੈ ਆਨ ਪੁਨ ਦੌਲਾ ਮਿਲਿਓ। ਤੇ ਜਦੋਂ ਭਾਈ ਗੜੀਆ ਜੀ ਤੁਰਨ ਲੱਗੇ ਨਾ ਜੀ ਉੱਥੋਂ, ਮੀਆਂ ਦੌਲੇ ਨੂੰ ਪਤਾ ਲੱਗਾ ਜੀ। ਮੀਆਂ ਦੌਲਾ ਜੀ ਭਾਈ ਗੜੀਆ ਜੀ ਨੂੰ ਮਿਲਣ ਵਾਸਤੇ ਆਏ ਜੀ। ਹਾਂਜੀ। ਸਭ ਸੋਂ ਵਿਦਾ ਹੋਏ ਚੱਲ ਪਰਿਓ। ਸਾਰਿਆਂ ਤੋਂ ਵਿਦਾ ਲਈ, ਆਗਿਆ ਲਈ ਤੇ ਭਾਈ ਗੜੀਆ ਜੀ ਤੁਰ ਪਏ ਜੀ। ਕਸ਼ਮੀਰ ਨੂੰ ਜਾਣਾ ਜੀ। ਹਾਂਜੀ। ਮੀਆਂ ਨੇ ਯਾਕੋ ਸੰਗ ਕਰਿਓ। ਤੇ ਮੀਆਂ ਦੌਲਾ ਜੀ ਕਹਿੰਦੇ ਵੀ ਮੈਂ ਥੋੜਾ ਹੋਰ ਅੱਗੇ ਤੋਰ ਕੇ ਆਉਣਾ ਤੁਹਾਨੂੰ। ਥੋੜਾ ਹੋਰ ਅੱਗੇ ਤੋਰਨ ਚਲੇ ਗਏ ਜੀ। ਚੇਤਾ ਰੱਖਿਓ, ਜਿਨ੍ਹਾਂ ਨਾਲ ਪਿਆਰ ਹੋਵੇ ਉਹਨਾਂ ਨੂੰ ਬੰਦਾ ਤੋਰਨ ਜਾਂਦਾ ਜੀ। ਜੀ ਕਰਦਾ ਵੀ ਇਹ ਹੋਰ ਸਮਾਂ ਇਹਨਾਂ ਦੇ ਕੋਲ ਰਹੀਏ। ਹਾਂਜੀ। ਨਗਰ ਵਹਿਰ ਪਹੁੰਚਾਵਨ ਗਇਓ। ਤੇ ਨਗਰ ਦੇ ਬਾਹਰ ਤੱਕ, ਗੁਜਰਾਤ ਸ਼ਹਿਰ ਦੇ ਬਾਹਰ ਤੱਕ ਮੀਆਂ ਦੌਲਾ ਜੀ ਭਾਈ ਗੜੀਆ ਜੀ ਨੂੰ ਛੱਡਣ ਗਏ ਜੀ। ਹਾਂਜੀ। ਗੁਰ ਜਸ ਬੁਝਤ ਸੁਨਤੋ ਭਇਓ। ਤੁਰਦਿਆਂ ਤੁਰਦਿਆਂ ਗੁਰੂ ਸਾਹਿਬ ਜੀ ਦਾ ਜਸ ਕੀਤਾ, ਗੁਰੂ ਜੀ ਦੀ ਵਡਿਆਈ ਕੀਤੀ ਜੀ। ਹਾਂਜੀ। ਵਹਿਰ ਨਗਰ ਤੇ ਕੇਤਿਕ ਚਾਲਾ। ਹਾਂਜੀ। ਦੇਖਿਓ ਸਿਕਤਾ ਆਏ ਵਿਸਾਲਾ। ਹੁਣ ਉਹ ਤੁਰ ਰਹੇ ਸੀ ਨਾ ਜੀ ਜਦੋਂ, ਤੇ ਨਗਰ ਦੇ ਬਾਹਰ ਰੇਤੀਲਾ ਇਲਾਕਾ ਆ ਗਿਆ ਜੀ। ਰੇਤ ਵਾਲਾ ਇਲਾਕਾ ਆ ਗਿਆ ਜੀ। ਹਾਂਜੀ। ਟੂਟੀ ਪਨਹੀ ਗੜੀਏ ਚਰਨ। ਆਖੋ ਵਾਹਿਗੁਰੂ। ਤੇ ਸੰਗਤ ਜੀ ਭਾਈ ਗੜੀਆ ਜੀ ਨਾ ਸਾਦਗੀ ਵਾਲੇ ਬੜੇ ਸੀਗੇ ਜੀ।
ਟੁੱਟਾ ਹੀ ਜੋੜਾ ਪਾਇਆ ਜੀ, ਟੁੱਟਾ ਹੀ ਜੀ। ਜਿਹੜਾ ਜੋੜਾ ਪਾਇਆ ਨਾ ਜੀ, ਉਹ ਟੁੱਟਾ ਹੀ ਸੀਗਾ ਜੀ। ਹਾਂਜੀ। ਬਾਰੂ ਪਰ ਹੈ ਧਰ ਹੈ ਜਬ ਚਰਨ। ਤੇ ਉਹ ਜਦੋਂ ਫਿਰ ਰੇਤ ਵਿੱਚ ਚਰਨ ਰੱਖਦੇ ਸੀਗੇ ਤੇ ਰੇਤ ਉੱਡਦੀ ਸੀਗੀ ਜੀ। ਹਾਂਜੀ। ਜਬ ਹੈ ਉਠਾਵੈ ਹੈ ਉੱਡ ਹੈ ਵਿਸਾਲੇ। ਜਦੋਂ ਪੈਰ ਚੁੱਕ ਕੇ ਅੱਗੇ ਰੱਖਦੇ ਸੀਗੇ ਤੇ ਰੇਤ ਪਿੱਛੋਂ ਉੱਡਦੀ ਸੀਗੀ ਜੀ। ਆਪਣੇ ਪਿੰਡਾਂ ਦੇ ਬੰਦਿਆਂ ਨੇ ਵੇਖਿਆ ਹੋਣਾ ਜੀ ਇਦਾਂ ਜੀ। ਹਾਂਜੀ। ਉਹ ਜਿਹਨਾਂ ਚੱਪਲ ਪਾਈ ਹੁੰਦੀ ਸੀ ਨਾ ਜੀ, ਤੇ ਉਹਨਾਂ ਜਦੋਂ ਪੈਰ ਅੱਗੇ ਰੱਖਣਾ ਤਾਂ ਮਿੱਟੀ ਉੱਡਣੀ ਜੀ, ਰੇਤ ਉੱਡਣੀ ਜੀ। ਹਾਂਜੀ। ਜਾਨੂ ਲੱਗ ਜੰਗਨ ਕੇ ਨਾਲੇ। ਉਹ ਗੋਡੇ ਤੱਕ ਰੇਤ ਉੱਡ ਕੇ ਪਹੁੰਚਦੀ ਸੀਗੀ ਜੀ, ਗੋਡੇ ਤੱਕ ਰੇਤ ਪਹੁੰਚਦੀ ਸੀਗੀ। ਰੇਤੀਲਾ ਇਲਾਕਾ ਸੀਗਾ ਜੀ। ਹਾਂਜੀ। ਦੇਖਤ ਦੌਲੇ ਮਨ ਠਹਿਰਾਈ। ਤੇ ਮੀਆਂ ਦੌਲਾ ਨੇ ਵੇਖਿਆ ਸਾਰੀ ਗੱਲ। ਸਿੱਖ ਬੜਾ ਕਮਾਈ ਵਾਲਾ, ਬੜਾ ਭਜਨੀਕ ਹੈ, ਨਾਮ ਜਪਣ ਵਾਲਾ। ਹਾਂਜੀ। ਪਨਹੀ ਅਪਰ ਨਾ ਕਿਤਹੂ ਪਾਈ। ਪਰ ਜੋੜਾ ਤੇ ਟੁੱਟਾ ਹੀ ਪਿਆ। ਲੱਗਦਾ ਇਹਨੂੰ ਜੋੜੇ ਦੇ ਪੈਸੇ ਨਹੀਂ ਹੈਗੇ ਇਹਦੇ ਕੋਲ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਉਦੋਂ ਚੀਜ਼ਾਂ ਬਦਲੇ ਚੀਜ਼ਾਂ ਵੀ ਮਿਲਦੀਆਂ ਹੁੰਦੀਆਂ ਸੀਗੀਆਂ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਖ ਹੈ, ਪਰ ਜੋੜਾ ਨਹੀਂ ਕਿਤੋਂ ਮਿਲਿਆ ਇਹਨੂੰ। ਹਾਂਜੀ। ਹਿਰਦੇ ਵਿਚਾਰਤ ਸੰਗ ਸੋ ਜਾਏ। ਹੁਣ ਉਹ ਸੋਚਦਾ ਨਾਲ ਤੁਰੀ ਜਾ ਰਿਹਾ ਜੀ। ਹਾਂਜੀ। ਬਿਨ ਧਨ ਤੇ ਇਹ ਅਸ ਦੁੱਖ ਪਾਏ। ਤੇ ਮੀਆਂ ਦੌਲੇ ਦਾ ਪਰਉਪਕਾਰ ਵਾਲਾ ਹਿਰਦਾ ਜੀ, ਚੰਗੀ ਸੋਚ ਵਾਲਾ ਹਿਰਦਾ। ਮੀਆਂ ਦੌਲਾ ਨੇ ਸੋਚਿਆ ਸਿੱਖ ਕੋਲ ਚੰਗਾ ਜੋੜਾ ਨਹੀਂ ਹੈਗਾ। ਇਹ ਇਸ ਕਰਕੇ ਨਹੀਂ ਹੈਗਾ ਵੀ ਇਹਦੇ ਕੋਲ ਮਾਇਆ ਨਹੀਂ ਹੈਗੀ, ਗਰੀਬ ਹੈਗਾ ਸਿੱਖ। ਉਹਦੇ ਕਰਕੇ ਟੁੱਟੀ ਜੁੱਤੀ ਦਾ ਦੁੱਖ ਹੰਢਾ ਰਿਹਾ ਇਹ ਸਿੱਖ। ਹਾਂਜੀ। ਕੋ ਨਿਧ ਸਿੱਧ ਗੜੀਏ ਕੋ ਦੇਵੋ। ਤੇ ਮੈਂ ਕੋਈ ਨਿੱਧੀ ਸਿੱਧੀ ਦੇ ਦਿਆਂ। ਹਾਂਜੀ। ਦੇ ਸੁਖ ਸੰਤ ਪੁੰਨ ਮੈਂ ਲੇਵੋ। ਤੇ ਇਹ ਸੰਤਾਂ ਨੂੰ ਸੁੱਖ ਦੇਵੇਗਾ ਅੱਗੋਂ। ਇਹਨੂੰ ਕੋਈ ਤਰੀਕਾ ਦੱਸਾਂ। ਤੇ ਕੁਝ ਗੁਰਮੁਖ ਪਿਆਰੇ ਦੱਸਦੇ ਆ ਵੀ ਇਹਦੇ ਕੋਲ ਸੋਨਾ ਬਣਾਉਣ ਦਾ ਵੀ ਰਸਾਇਣ ਹੈਗਾ ਸੀਗਾ ਜੀ। 4-5 ਧਾਤੂਆਂ ਇਕੱਠੀਆਂ ਕਰਕੇ ਤੁਹਾਨੂੰ ਸੋਨਾ ਕਿਵੇਂ ਬਣਾਈਦਾ ਜੀ। ਇੱਕ ਤੇ ਸੋਨਾ ਕੁਦਰਤੀ ਵੀ ਨਿਕਲ ਆਉਂਦਾ ਜੀ, ਇੱਕ ਰਸਾਇਣਾਂ ਦੇ ਨਾਲ ਵੀ ਤਿਆਰ ਹੁੰਦਾ ਜੀ। ਇਹਦੇ ਮਨ 'ਚ ਆਇਆ ਵੀ ਮੇਰੇ ਕੋਲ ਰਸਾਇਣ ਹੈ, ਮੈਂ ਇਸ ਸਿੱਖ ਨੂੰ ਦੱਸ ਦੇਣਾ। ਹਾਂਜੀ। ਜੋ ਦੌਲੇ ਚਿਤ ਚਿਤਵਨ ਠਾਨੀ। ਹਾਂਜੀ। ਸਭ ਗੜੀਏ ਤਤ ਛਿਨ ਪਹਿਚਾਨੀ। ਆਖੋ ਵਾਹਿਗੁਰੂ। ਤੇ ਮੀਆਂ ਦੌਲਾ ਨਾ ਭਾਈ ਗੜੀਆ ਜੀ ਦੇ ਮਗਰ ਆ ਰਿਹਾ ਜੀ ਛੱਡਣ ਵਾਸਤੇ। ਤੇ ਮੀਆਂ ਦੌਲਾ ਜੀ ਆਪਣੇ ਮਨ 'ਚ ਸੋਚ ਰਹੇ ਆ ਵੀ ਸਿੱਖ ਨੂੰ ਕੋਈ ਰਸਾਇਣ ਦੱਸੀਏ ਸੋਨਾ ਬਣਾਉਣ ਦਾ। ਇਹਦੇ ਕੋਲ ਰਸਾਇਣ ਹੋਏਗਾ, ਇਹ ਆਪਣਾ ਵੀ ਭਲਾ ਕਰੂ ਤੇ ਦੂਜਿਆਂ ਦਾ ਵੀ ਕਰੇਗਾ। ਚੰਗੇ ਬੰਦੇ ਕੋਲ ਚੰਗੀ ਚੀਜ਼ ਆਵੇ, ਉਹ ਆਪਣਾ ਵੀ ਭਲਾ ਕਰਦਾ ਤੇ ਦੂਜਿਆਂ ਦਾ ਵੀ ਕਰਦਾ ਜੀ। ਉਹ ਸੋਚ ਰਿਹਾ ਜੀ। ਤੇ ਭਾਈ ਗੜੀਆ ਜੀ ਸਮਝ ਗਏ ਵੀ ਇਹ ਤੇ ਮੀਆਂ ਦੌਲਾ ਮੈਨੂੰ ਗਰੀਬ ਸਮਝ ਰਿਹਾ। ਹਾਂਜੀ। ਮੁਝ ਗੁਰ ਸਿੱਖ ਕੋ ਨਿਰਧਨ ਜਾਨਾ। ਆਖੋ ਵਾਹਿਗੁਰੂ। ਅੱਛਾ, ਫਿਰ ਗੱਲ ਮੇਰੇ ਤੱਕ ਨਹੀਂ ਸੀਮਤ ਰਹੀ ਜੀ। ਭਾਈ ਗੜੀਆ ਜੀ ਵੀ ਅੱਗੇ ਤੁਰਦੇ ਸੋਚਣ ਲੱਗ ਪਏ ਵੀ ਮੀਆਂ ਦੌਲਾ ਮੈਨੂੰ ਗੁਰੂ ਦੇ ਸਿੱਖ ਨੂੰ ਗਰੀਬ ਸਮਝ ਰਿਹਾ ਜੀ। ਗੱਲ ਧਿਆਨ ਨਾਲ ਸੁਣਿਓ। ਮੈਨੂੰ ਗੁਰੂ ਦੇ ਸਿੱਖ ਨੂੰ ਗਰੀਬ ਸਮਝ ਰਿਹਾ। ਹਾਂਜੀ। ਸ਼ਕਤਹੀਨ ਮਨ ਮੇ ਪਹਿਚਾਨਾ। ਇਹ ਕੀ ਸੋਚਦਾ ਵੀ ਸਾਡੇ ਕੋਲ ਸ਼ਕਤੀ ਕੋਈ ਨਹੀਂ ਹੈਗੀ। ਆਖੋ ਵਾਹਿਗੁਰੂ। ਸ਼ਕਤੀ ਕੋਈ ਨਹੀਂ ਹੈਗੀ, ਸਾਡੀ ਪਹੁੰਚ ਹੀ ਕੋਈ ਨਹੀਂ ਹੈਗੀ। ਹਾਂਜੀ। ਆਪਣੀ ਕਲਾ ਕੁਸ਼ਕ ਦਿਖ ਰਾਵੋ। ਇਹਦੇ ਮਨ ਵਿੱਚ ਇਹੋ ਹੀ ਰਹੇਗਾ ਵੀ ਗੁਰੂ ਦੇ ਸਿੱਖ ਗਰੀਬ ਹੁੰਦੇ ਨੇ। ਗੁਰੂ ਦੇ ਸਿੱਖਾਂ ਕੋਲ ਪੈਸੇ ਨਹੀਂ ਹੈਗੇ ਜੋੜੇ ਪਾਉਣ ਦੇ। ਤੇ ਭਾਈ ਗੜੀਆ ਜੀ ਨੇ ਸੋਚਿਆ ਇਹਨੂੰ ਕੁਝ ਵਿਖਾਈਏ। ਜਿੰਨਾ ਚਿਰ ਤੱਕ ਇਹਨੇ ਵੇਖਿਆ ਨਾ ਇਹਦੀ ਸ਼ਰਧਾ ਨਹੀਂ ਵੱਜਣੀ। ਹਾਂਜੀ। ਤਬ ਇਸ ਕੀ ਸਭ ਸ਼ੰਕ ਮਿਟਾਵੋ। ਇਹਦੇ ਸ਼ੰਕੇ ਦੂਰ ਉਦੋਂ ਹੋਣਗੇ ਜਦੋਂ ਵੇਖੇਗਾ ਕੁਝ।
ਹਾਂਜੀ। ਤਬ ਠਾਂਡੋ ਹੋਏ ਦ੍ਰਿਸ਼ਟ ਨਿਹਾਰੀ। ਤੇ ਫਿਰ ਭਾਈ ਗੜੀਆ ਜੀ ਖਲੋ ਗਏ ਜੀ ਸਾਹਮਣੇ, ਮੀਆਂ ਦੌਲੇ ਨੂੰ ਵੀ ਖਿਲਾਰ ਲਿਆ। ਕਹਿੰਦੇ ਮੀਆਂ ਦੌਲੇ ਥੱਲੇ ਵੇਖ। ਥੱਲੇ ਵੇਖਿਆ ਜੀ, ਥੱਲੇ ਰੇਤ ਸੀਗੀ ਜੀ, ਰੇਤੀਲਾ ਇਲਾਕਾ ਜੋ ਸੀਗਾ ਜੀ, ਥੱਲੇ ਰੇਤ ਹੈ। ਤੇ ਜਦੋਂ ਭਾਈ ਗੜੀਆ ਜੀ ਨੇ ਰੇਤ ਉੱਤੇ ਦ੍ਰਿਸ਼ਟੀ ਪਾਈ ਨਾ ਜੀ, ਹਾਂਜੀ, ਚਾਹੋਂ ਦਿਸ਼ ਵਿਖੈ ਹੇਮ ਛਿਤ ਸਾਰੀ। ਤੇ ਸਾਰੀ ਦੀ ਸਾਰੀ ਰੇਤ ਵਾਲੀ ਧਰਤੀ ਸੋਨੇ ਦੀ ਬਣਾ ਦਿੱਤੀ ਜੀ। ਹੁਣ ਉਹਨਾਂ ਤੇ ਰਸਾਇਣ ਦੱਸਣਾ ਸੀਗਾ ਵੀ ਆਹ ਧਾਤੂਆਂ ਨੇ ਇਹਨਾਂ ਨੂੰ ਪਿਘਲਾ ਰਲਾ ਤੇ ਸੋਨਾ ਬਣਾ ਲਿਆ ਕਰੀ। ਹਾਂਜੀ, ਪੁਰਾਣੇ ਕਈਆਂ ਕੋ ਹੁੰਦਾ ਸੀਗਾ ਜੀ, ਪਰ ਉਹਨਾਂ ਦ੍ਰਿਸ਼ਟੀ ਪਾ ਕੇ ਹੀ ਸੋਨਾ ਬਣਾ ਦਿੱਤਾ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦ੍ਰਿਸ਼ਟੀ ਪਾ ਕੇ ਹੀ ਸੋਨਾ ਬਣਾਤਾ ਜੀ। ਇਹਨੂੰ ਕਹਿੰਦੇ ਚ ਕਮਾਈ। ਹਾਂਜੀ, ਸਭ ਸਿਕਤਾ ਭੀ ਕੰਚਨ ਕਿਨਕੇ। ਉਹ ਜਿੰਨੀ ਰੇਤ ਸੀ ਨਾ ਉਹ ਸੋਨੇ ਦੇ ਕਿਣਕੇ ਬਣ ਗਏ ਸਾਧ ਸੰਗਤ ਜੀ। ਹਾਂਜੀ, ਬੜੇ ਰੋਰ ਸਮਦਿਪ ਹੈ ਰਤਨ ਕੇ। ਉਹ ਜਿੰਨੇ ਵੱਡੇ ਵੱਡੇ ਰੋੜੇ ਪਏ ਸੀ ਉਹ ਸਾਰੇ ਹੀ ਇੱਕਦਮ ਰਤਨ ਬਣ ਗਏ ਜੀ, ਚਮਕਾਂ ਮਾਰਨ ਜੀ। ਹਾਂਜੀ, ਦੌਲੇ ਪੀਰ ਹੇਰ ਕਰ ਸਿੱਧ ਕੋ। ਪੀਰ ਦੌਲੇ ਨੇ, ਮੀਆਂ ਦੌਲੇ ਨੇ ਵੇਖਿਆ ਕਮਾਲ ਹੋ ਗਈ, ਇੰਨੀ ਵੱਡੀ ਤਾਕਤ ਗੁਰੂ ਦੇ ਸਿੱਖ ਨੇ ਦ੍ਰਿਸ਼ਟੀ ਪਾਈ ਹੈ, ਤੇ ਦ੍ਰਿਸ਼ਟੀ ਪਾਉਣ ਨਾਲ ਹੀ ਸਭ ਸੋਨਾ ਬਣਾ ਦਿੱਤਾ। ਹਾਂਜੀ, ਜਾਨਤ ਭਾ ਪੂਰਨ ਸਭ ਵਿਧ ਕੋ। ਆਖੋ ਵਾਹਿਗੁਰੂ। ਤੇ ਮੀਆਂ ਦੌਲਾ ਸਮਝਦਾ ਵੀ ਮੈਂ ਹੀ ਗਲਤ ਸਾਂ, ਮੈਂ ਇਸ ਸਿੱਖ ਨੂੰ ਗਰੀਬ ਸਮਝਿਆ, ਮੈਂ ਸੋਚਿਆ ਰਸਾਇਣ ਦਿਆਂ, ਇਹ ਤੇ ਵੇਖ ਵੇਖ ਹੀ ਸੋਨਾ ਬਣਾਈ ਜਾਂਦੇ ਆ। ਤੇ ਮਨ ਵਿੱਚ ਸਮਝ ਲਿਆ ਗੁਰੂ ਦਾ ਸਿੱਖ ਪੂਰਾ ਆ, ਬਖਸ਼ਿਸ਼ਾਂ ਨੇ ਇਹਦੇ ਕੋਲ। ਹਾਂਜੀ, ਲక్ష్ਮੀ ਕੀ ਪ੍ਰਵਾਹ ਇਸ ਨਾਹੀ। ਇਹਨੂੰ ਮਾਇਆ ਦੀ ਪਰਵਾਹ ਨਹੀਂ ਹੈਗੀ, ਪੈਸੇ ਦੀ ਤਾਂ ਪਰਵਾਹ ਹੀ ਨਹੀਂ ਹੈਗੀ। ਹਾਂਜੀ, ਸ਼ਹਨਸ਼ਾਹ ਸ਼ਕਤ ਸਭ ਪਾਹੀ। ਤੇ ਇਹਦੇ ਕੋ ਤੇ ਇਹ ਤਾਂ ਬਾਦਸ਼ਾਹ ਹੈ ਸ਼ਕਤੀਆਂ ਦਾ। ਤੇ ਅਜੇ ਸੋਚਣ ਹੀ ਦਿਆ ਤੇ ਭਾਈ ਗੜੀਆ ਜੀ ਕਹਿੰਦੇ ਵੀ ਦੁਬਾਰਾ ਵੇਖੋ। ਜਦੋਂ ਵੇਖਿਆ ਤੇ ਜੋ ਸੋਨਾ ਬਣਿਆ ਸਭ ਰੇਤ ਹੀ ਬਣ ਗਿਆ ਦੁਬਾਰਾ ਜੀ, ਮੁੜ ਰੇਤ ਬਣਾ ਦਿੱਤਾ ਜੀ। ਹਾਂਜੀ, ਅਜਰ ਜਰਨ ਔਰ ਧੀਰਜ ਧਾਰੀ। ਬੱਲੇ ਬੱਲੇ। ਮੀਆਂ ਦੌਲਾ ਜੀ ਆਪਣੇ ਮਨ 'ਚ ਸੋਚ ਰਹੇ ਆ, ਧੰਨ ਗੁਰੂ ਦੇ ਸਿੱਖ ਨੇ, ਜੋ ਨਹੀਂ ਵੀ ਜਰਿਆ ਜਾਂਦਾ ਉਹਨੂੰ ਵੀ ਜਰਿਆ ਹੈ। ਹੁਣ ਗੱਲ ਧਿਆਨ ਨਾਲ ਸੁਣਿਓ। ਨਾਮ ਜਪਦਿਆਂ, ਪਾਠ ਪੂਜਾ ਕਰਦਿਆਂ, ਸੇਵਾ ਕਰਦਿਆਂ ਸ਼ਕਤੀਆਂ ਆਉਂਦੀਆਂ ਜੀ, ਬਰਕਤਾਂ ਆਉਂਦੀਆਂ ਨੇ, ਰਿੱਧੀਆਂ ਸਿੱਧੀਆਂ ਆਉਂਦੀਆਂ ਨੇ। ਪਰ ਗੁਰੂ ਦੇ ਸਿੱਖ ਸਭ ਕੁਝ ਜਰ ਲੈਂਦੇ ਨੇ ਸਾਧ ਸੰਗਤ ਜੀ। ਗੁਰੂ ਦੇ ਸਿੱਖ ਪ੍ਰਗਟ ਨਹੀਂ ਕੁਝ ਵੀ ਕਰਦੇ। ਹਾਂਜੀ, ਬੜੇ ਧਿਆਨ ਨਾਲ ਸੁਣਿਓ। ਉਦੋਂ ਬਾਬਾ ਦਰਸ਼ਨ ਸਿੰਘ ਜੀ ਗੁਮਟਾਲੇ ਵਾਲੇ ਆਏ ਸੀਗੇ ਜੀ, ਉਹਨਾਂ ਮੈਨੂੰ ਗੱਲ ਸੁਣਾਈ। ਕਹਿੰਦੇ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਤੁਰੇ ਜਾ ਰਹੇ ਸੀਗੇ ਜੀ, ਬਾਬਾ ਬਿਧੀ ਚੰਦ ਜੀ ਦੀ ਅੰਸ਼ ਬੰਸ। ਬਾਬਾ ਦਇਆ ਸਿੰਘ ਜੀ ਤੁਰੇ ਜਾ ਰਹੇ ਸੀਗੇ, ਤੇ ਇੱਕ ਸਿੰਘ, ਉਹਨਾਂ ਤਾਂ ਮੈਨੂੰ ਪਿੰਡ ਦਾ ਨਾਮ ਹੀ ਦੱਸਿਆ ਸੀ, ਮੈਨੂੰ ਭੁੱਲ ਗਿਆ। ਕਹਿੰਦੇ ਉਸ ਪਿੰਡ 'ਚ ਕਈ ਸਿੰਘਾਂ ਦੇ ਘਰ ਉਹਨਾਂ ਫੇਰਾ ਪਾਇਆ, ਤੇ ਇੱਕ ਸਿੰਘ ਕਹਿੰਦਾ ਜੀ ਬਾਬਾ ਜੀ ਮੇਰੇ ਘਰ ਵੀ ਜ਼ਰੂਰ ਆਓ। ਤੇ ਮਹਾਂਪੁਰਖ ਕਹਿੰਦੇ ਵੀ 7 ਵਜੇ ਸਿੰਘਾ ਤੇਰੇ ਘਰ ਵੀ ਚਲੇ ਜਾਂਦੇ ਆ। ਉਹਦੇ ਘਰ ਨੂੰ ਤੁਰੇ ਜੀ, ਤੇ ਉਹ ਰਾਹ ਟੁੱਟਾ ਸੀਗਾ ਜੀ, ਰੇਤ ਵਾਲਾ ਇਲਾਕਾ ਸੀਗਾ, ਟੁੱਟਿਆ ਰਾਹ ਸੀਗਾ। ਤੇ ਟੁੱਟਾ ਜੋੜਾ ਮਹਾਂਪੁਰਖਾਂ ਨੇ ਆਪਣੇ ਪੈਰਾਂ 'ਚ ਪਾਇਆ, ਚਰਨਾਂ 'ਚ। ਰੇਤ ਉੱਡ ਉੱਡ ਕੇ ਕਹਿੰਦੇ ਗੋਡਿਆਂ ਤੇ ਪਵੇ ਆ ਕੇ ਜੀ, ਪਿਛਲੇ ਪਾਸਿਓਂ ਜੀ। ਕਹਿੰਦੇ ਮੈਨੂੰ ਬੜਾ ਮਹਿਸੂਸ ਹੋਇਆ ਵੀ ਐਡੇ ਵੱਡੇ ਮਹਾਂਪੁਰਖ ਬਾਬਾ ਬਿਧੀ ਚੰਦ ਜੀ ਦਾ ਖਾਨਦਾਨ ਤੇ ਟੁੱਟਾ ਜੋੜਾ ਪਾਇਆ। ਕਹਿੰਦੇ ਮੈਂ ਉਹਨਾਂ ਕੋਲੋਂ ਪੱਟੀ ਤੋਂ ਉਤਰ ਗਿਆ, ਤੇ ਜਿੱਥੇ ਉਹਨਾਂ ਦਾ ਜੋੜਾ ਬਣਦਾ ਸੀ ਨਾ, ਮੈਂ ਉਹਦੇ ਕੋਲ ਗਿਆ ਤੇ ਉਹਨੂੰ ਕਿਹਾ ਜੋੜਾ ਬਣਾ। ਉਹਨੇ ਜੋੜਾ ਬਣਾਤਾ ਜੀ।
ਅਗਲੇ ਦਿਨ ਲੈ ਕੇ ਕਹਿੰਦੇ ਮੈਂ ਸੁਰ ਸਿੰਘ ਪਹੁੰਚ ਗਿਆ। ਤੇ ਜਦੋਂ ਕਹਿੰਦੇ ਮੈਂ ਸੁਰ ਸਿੰਘ ਪਹੁੰਚਿਆ ਤੇ ਮਹਾਂਪੁਰਖਾਂ ਦੇ ਚਰਨਾਂ ਅੱਗੇ ਜੋੜਾ ਰੱਖਿਆ। ਉਹ ਕਹਿੰਦੇ ਇਹ ਕੀ ਦਰਸ਼ਨ ਸਿੰਘ ਜੀ? ਕਹਿੰਦੇ ਜੀ ਕੱਲ ਜੋੜਾ ਟੁੱਟਾ ਸੀਗਾ ਤੁਹਾਡਾ, ਤੇ ਐਡੇ ਵੱਡੇ ਤੁਸੀਂ ਮਹਾਂਪੁਰਖ ਤੇ ਤੁਸੀਂ ਟੁੱਟਾ ਜੋੜਾ ਪਾਇਆ। ਉਹ ਕਹਿੰਦੇ ਦਰਸ਼ਨ ਸਿੰਘ ਜੀ ਬਹੁਤ ਸੋਹਣਾ ਜੋੜਾ ਹੈ। ਕਹਿੰਦੇ ਕੋਈ ਨਹੀਂ, ਇਹਨੂੰ ਸਾਂਭ ਲੈਂਦੇ ਆ, ਇਹਨੂੰ ਸਾਂਭ ਲੈਂਦੇ ਆ। ਤੇ ਉਹ ਜੋੜੇ ਨੂੰ ਅਜੇ ਰਿਟਾਇਰ ਨਹੀਂ ਕਰਨਾ ਸੀ। ਕਹਿੰਦੇ ਮਸਾਂ ਮਸਾਂ ਹੋਣੀ ਤੇ ਪਾਉਣ ਵਾਲਾ ਹੋਇਆ। ਕਹਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਹੋਣੀ ਤੇ ਪਾਉਣ ਵਾਲਾ ਹੋਇਆ, ਉਹ ਹੋਣੀ ਉਹ ਪਾਉਣ ਵਾਲਾ ਹੋਇਆ। ਤੇ ਕਹਿੰਦੇ ਅਸੀਂ ਤਾਂ ਦਿਨ ਰਾਤ ਸੰਗਤਾਂ 'ਚ ਰਹਿਣਾ, ਨਾ ਚੁੱਕੇ ਜਾਣ ਦਾ ਡਰ ਕਹਿੰਦੇ ਸਾਨੂੰ, ਤੇ ਸਾਨੂੰ ਉਹੋ ਹੀ ਜੋੜਾ ਚੰਗਾ ਜੀ। ਹੁਣ ਇਹ ਨਹੀਂ ਵੀ ਮਾਇਆ ਨਹੀਂ ਹੈਗੀ ਜੀ, ਝੂਠੀ ਨਿਮਰਤਾ ਵੀ ਨਹੀਂ ਹੈਗੀ ਜੀ, ਪਰ ਸਾਦਗੀ ਦੇ ਵਿੱਚ ਰਹਿਣਾ, ਸਾਦਗੀ ਦੇ ਵਿੱਚ ਰਹਿਣਾ ਇਹ ਗੁਰੂ ਦੇ ਸਿੱਖਾਂ ਦਾ ਸੁਭਾਅ ਜੀ। ਬਾਬਾ ਫਰੀਦ ਸਾਹਿਬ ਦੱਸਦੇ ਜੀ ਭਗਤ ਕੌਣ ਹੈ? ਕਹਿੰਦੇ ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦਾ ਹੋਏ ਨਿਮਾਣਾ। ਸ਼ਕਤੀ ਕੋਲ ਹੋਵੇ ਪਰ ਨਿਤਾਣਾ ਜਿਹਾ ਹੀ ਬਣ ਕੇ ਰਵੇ ਜੀ। ਇਉਂ ਰੱਖੇ ਵੀ ਮੇਰੇ ਕੋਲ ਕੋਈ ਤਾਕਤ ਨਹੀਂ ਹੈਗੀ ਜੀ। ਮਾਣ ਵੀ ਪੂਰਾ ਹੋਵੇ ਪਰ ਨਿਮਾਣਾ ਬਣ ਕੇ ਰਵੇ ਜੀ। ਭਾਵ ਲੋਕੀ ਹੱਥ ਜੋੜਨ, ਮਾਣ ਮਿਲੇ, ਪਰ ਫਿਰ ਵੀ ਨਿਮਾਣਾ ਬਣ ਕੇ ਰਵੇ। ਜਿਹੜਾ ਇਹ ਕੰਮ ਕਰੇਗਾ ਉਹ ਭਗਤ ਹੈਗਾ। ਕਹਿੰਦੇ ਗੱਜ ਕੇ ਆਖੋ ਵਾਹਿਗੁਰੂ। ਬੜੇ ਬੜੇ ਗੁਰਮੁਖ ਪਿਆਰੇ, ਆਕਾਰ ਸੇਵਾ ਵਾਲੇ, ਸਾਦੇ ਜੇ ਲਿਬਾਸ ਦੇ ਵਿੱਚ ਰਹਿੰਦੇ ਆ ਤੇ ਪਿਆਰਿਓ ਭਾਗ ਲੱਗੇ ਪਏ ਜੀ। ਬਾਬਾ ਹਰਭਜਨ ਸਿੰਘ ਜੀ ਭਲਵਾਨ ਜੀ, ਕਿਲ੍ਹਾ ਆਨੰਦਗੜ੍ਹ ਵਾਲੇ, ਸਰੀਰ ਤਿਆਗ ਗਏ। ਕਰੋੜਾਂ ਰੁਪਈਆਂ ਦੀ ਸੇਵਾ ਕਰਾਉਂਦੇ ਸੀਗੇ ਜੀ, ਕਰੋੜਾਂ ਦੀ ਜੀ। ਰਾਮਸਰ ਸਾਹਿਬ ਦੇ ਲਾਗੇ ਬੜੀ ਵੱਡੀ ਸਰਾਂ ਬਣਾਈ ਜੀ ਉਹਨਾਂ ਨੇ, ਕਰੋੜਾਂ ਰੁਪਈਆਂ ਦੀ ਸੇਵਾ ਕਰਾਉਂਦੇ ਜੀ। ਹਾਂਜੀ, ਤੇ ਅਸੀਂ ਜਦੋਂ ਮਹਾਂਪੁਰਖਾਂ ਨੂੰ ਮਿਲਣ ਗਏ ਨਾ ਜੀ, ਤੇ ਫਾਟੀ ਤਲਾਈ ਦੇ ਉੱਤੇ ਬੈਠੇ ਜੀ। ਆਖੋ ਵਾਹਿਗੁਰੂ। ਨਾ ਕੋਈ ਗੱਦਾ, ਨਾ ਕੋਈ ਸਰਾਣਾ, ਨਾ ਕੋਈ ਚਾਦਰ, ਫਾਟੀ ਤਲਾਈ ਤੇ ਬੈਠੇ ਜੀ। ਤੇ ਮੈਨੂੰ ਕਹਿੰਦੇ ਇਹਦੇ ਤੇ ਬਹਿ ਜਾ, ਆ ਕੇ ਆ ਜਾ, ਕਹਿੰਦੇ ਬਹਿ ਜਾ। ਹਾਂਜੀ, ਮੈਂ ਸੋਚਾਂ ਵੀ ਕਰੋੜਾਂ ਰੁਪਈਏ ਆ, ਵਿਛਾਈ ਨਹੀਂ ਆਪਣੇ ਲਈ ਵਧੀਆ ਰੱਖ ਸਕਦੇ ਜੀ। ਹਾਂਜੀ, ਪਰ ਉਹ ਕਰੋੜਾਂ ਰੁਪਈਏ ਗੁਰੂ ਦੀ ਸੇਵਾ ਚ ਲਾਏ ਨੇ ਜੀ। ਮਾਇਆ ਤੇ ਭਾਈ ਗੜੀਆ ਜੀ ਕੋਲ ਵੀ ਬੜੀ ਹੈ, ਪਰ ਮਾਇਆ ਹੋਣ ਦੇ ਬਾਵਜੂਦ ਵੀ ਸੇਵਾ ਚ ਮਾਇਆ ਲਾਈ ਹੈ ਜੀ। ਸੇਵਾ ਵਿੱਚ ਮਾਇਆ ਲਾਈ। ਗੱਜ ਕੇ ਆਖੋ ਵਾਹਿਗੁਰੂ। ਇਹੋ ਜਿਹੇ ਸਿੱਧਕੀ ਸਿੱਖ ਬਣਨਾ ਸੰਗਤ ਦੀ ਬੜੀ ਵੱਡੀ ਗੱਲ ਹੈਗੀ ਹੈ, ਬਹੁਤ ਵੱਡੀ ਗੱਲ ਹੈ। ਸੋ ਭਾਈ ਗੜੀਆ ਜੀ ਕੋਲ ਤੇ ਮਾਇਆ ਛੱਡੋ, ਉਹਨਾਂ ਕੋਲ ਤਾਂ ਤਾਕਤਾਂ ਬੜੀਆਂ ਹੈ। ਵੇਖਣ ਤੇ ਰੇਤ ਨੂੰ ਸੋਨਾ ਬਣਾਤਾ ਜੀ। ਹਾਂਜੀ, ਆਜਰ ਜਰਨ ਔਰ ਧੀਰਜ ਧਾਰੀ। ਫਿਰ ਮੀਆਂ ਦੌਲਾ ਜੀ ਸੋਚਦੇ ਵੀ ਇਹਨੇ ਤੇ ਬਹੁਤ ਵੱਡੀ ਤਾਕਤ ਨੂੰ ਜਰਿਆ ਹੋਇਆ ਆਪਣੇ ਅੰਦਰ, ਸਭ ਤਾਕਤਾਂ ਨੂੰ ਜਰਿਆ ਹੋਇਆ, ਬੜਾ ਵੱਡਾ ਧੀਰਜ ਰੱਖਿਆ, ਹੌਸਲਾ ਰੱਖਿਆ। ਹਾਂਜੀ, ਅਤ ਤਿਆਗੀ ਨਾਹਿਨ ਹਿਤਕਾਰੀ। ਇਹ ਤਾਂ ਅੱਤ ਦਾ ਹੀ ਤਿਆਗ ਹੈ ਜੀ, ਅੱਤ ਦਾ ਹੀ ਤਿਆਗ ਹੈ। ਚਲੋ ਮੇਰੇ ਵਰਗੇ ਕੋ ਨਹੀਂ ਹੈਗੇ ਜੀ, ਹਾਂਜੀ, ਮੇਰੇ ਵਰਗੇ ਕੋ ਨਹੀਂ ਹੈਗੇ। ਮੈਂ ਕਹਿ ਦਿਆਂ ਜੀ ਟੁੱਟੇ ਜੋੜੇ ਪਾਏ ਜੀ, ਪੈਸੇ ਨਹੀਂ ਹੈਗੇ। ਜਿਨ੍ਹਾਂ ਕੋ ਹੈ ਸਾਰਾ ਕੁਝ, ਫਿਰ ਵੀ ਤਿਆਗੀ ਬਣੇ ਨੇ। ਅੱਤ ਦਾ ਤਿਆਗ ਹੈ, ਅੱਤ ਦਾ ਜੀ। ਹਾਂਜੀ, ਹਾਥ ਜੋਰ ਕਦਮਨ ਪਰ ਪਰਿਓ। ਬਸ ਫਿਰ ਕੀ ਸੀ, ਗੁਰੂ ਦੇ ਸਿੱਖ ਦੀ ਤਾਕਤ ਨੂੰ ਵੇਖ ਕੇ ਮੀਆਂ ਦੌਲਾ ਜੀ ਗੁਰੂ ਦੇ ਸਿੱਖ ਦੇ ਚਰਨਾਂ ਤੇ ਡਿੱਗ ਗਏ ਜੀ, ਚਰਨਾਂ ਤੇ ਪੈ ਗਏ। ਹਾਂਜੀ, ਰਹਿਣੀ ਦੇਖ ਸੁਜਸ ਬਹੁ ਕਰਿਓ। ਵਾਹ ਜੀ ਵਾਹ, ਆਖੋ ਵਾਹਿਗੁਰੂ। ਰਹਿਣੀ ਵੇਖੀ, ਰਹਿਣੀ ਤੇ ਰਹਿਣੀ ਵੇਖ ਕੇ ਸੁਜਸ ਕੀਤਾ, ਤਾਰੀਫ ਕੀਤੀ ਜੀ। ਚੇਤਾ ਰੱਖਿਓ, ਗੱਲਾਂ ਮੇਰੇ ਵਰਗੀਆਂ ਬਹੁਤ ਬਹੁਤ ਵੱਡੀਆਂ ਕਰੇ, ਮੁਬਾਰਕ ਨੇ, ਚੰਗੀਆਂ ਨੇ ਜੀ, ਪਰ ਜੇ ਰਹਿਣੀ ਬਹਿਣੀ ਨਹੀਂ ਹੈਗੀ ਜੀ,
ਤੇ ਥੋੜਾ ਸਮਾਂ ਹੀ ਤਾਰੀਫ ਹੋਏਗੀ, ਜ਼ਿਆਦਾ ਸਮਾਂ ਨਹੀਂ ਹੋਏਗੀ। ਅਸਲ ਸਾਡੀ ਅਸਰ ਜਿਹੜਾ ਹੈ ਨਾ ਜੀ, ਉਹ ਰਹਿਣੀ ਨੇ ਪਾਉਣਾ ਹੈ ਜੀ, ਸੁਭਾਅ ਨੇ ਪਾਉਣਾ ਹੈ, ਰਹਿਣ ਸਹਿਣ ਨੇ ਪਾਉਣਾ ਹੈ ਜੀ। ਰਹਿਣੀ ਵੇਖ ਕੇ ਗੁਰੂ ਦੇ ਸਿੱਖ ਦੇ ਚਰਨਾਂ ਤੇ ਪੈ ਗਏ ਜੀ ਉਹ। ਹਾਂਜੀ, ਧੰਨ ਤੁਮ ਹੈ ਗੁਰ ਧੰਨ ਤੁਮਹਾਰੋ। ਤੇ ਫਿਰ ਵਿਦਿਆਰਥੀ ਚੰਗਾ ਹੋਵੇ ਨਾ ਤੇ ਲੋਕ ਉਹਦੇ ਉਸਤਾਦ ਨੂੰ ਵੀ ਧੰਨ ਕਹਿੰਦੇ ਜੀ। ਹਾਂਜੀ, ਤੇ ਮੀਆਂ ਦੌਲਾ ਹੱਥ ਜੋੜ ਕੇ ਕਹਿੰਦਾ, ਭਾਈ ਗੜੀਆ ਜੀ ਤੁਸੀਂ ਵੀ ਧੰਨ ਤੇ ਤੁਹਾਡਾ ਗੁਰੂ ਵੀ ਧੰਨ ਕਹਿਣ ਲੱਗੇ। ਇੰਨੀਆਂ ਬਰਕਤਾਂ ਤੁਹਾਡੇ ਕੋਲ, ਪਰ ਇੰਨੀ ਸਾਦਗੀ। ਸਾਧ ਸੰਗਤ ਜੀ, ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ, ਉਹ ਰੋਜ਼ ਰਾਤ ਨੂੰ ਨਾ ਕਥਾ ਸੁਣਦੇ ਹੁੰਦੇ ਸੀਗੇ ਨਾਨਕ ਪ੍ਰਕਾਸ਼ ਦੀ। ਤੇ ਕਥਾ ਸੰਪੂਰਨ ਹੋ ਗਈ ਤੇ ਦੀਵਾ ਬਲ ਰਿਹਾ ਸੀ ਸਰੋਂ ਦੇ ਤੇਲ ਦਾ। ਤੇ ਬੜੇ ਸਾਲਾਂ ਬਾਅਦ ਬਾਬਾ ਜੀ ਦਾ ਭਰਾ ਬਾਬਾ ਜੀ ਨੂੰ ਮਿਲਣ ਵਾਸਤੇ ਆਇਆ ਜੀ। ਕਥਾ ਸੰਪੂਰਨ ਹੋ ਗਈ ਤਾਂ ਉਹ ਕਹਿਣ ਲੱਗਾ ਵੀ ਮੈਂ ਘਰੇਲੂ ਜ਼ਮੀਨ ਦੀ ਗੱਲ ਕਰਨੀ ਤੁਹਾਡੇ ਨਾਲ। ਮਹਾਂਪੁਰਖਾਂ ਨੇ ਦੀਵਾ ਬੁਝਾ ਦਿੱਤਾ ਜੀ, ਹਨੇਰਾ ਹੋ ਗਿਆ। ਉਹ ਕਹਿੰਦੇ ਕਰ ਗੱਲ। ਤੇ ਭਰਾ ਕਹਿਣ ਲੱਗਾ ਜੀ ਮੈਂ ਇੰਨੇ ਚਿਰ ਬਾਅਦ ਤੁਹਾਡੇ ਕੋਲ ਆਇਆ ਤੇ ਤੁਸੀਂ ਦੀਵਾ ਜਗਦਾ ਵੀ ਬੁਝਾਤਾ। ਦੀਵਾ ਤੇ ਜਗਦਾ ਰਹਿਣ ਦਿਓ। ਤੇ ਪਿਆਰਿਓ, ਧੰਨ ਗੁਰੂ ਦੇ ਸਿੱਖ। ਅਸੀਂ ਨਹੀਂ ਇੰਨੀ ਨਿਮਰਤਾ ਰੱਖ ਸਕਦੇ, ਕਿਉਂਕਿ ਅਸੀਂ ਵੀ ਦਿਨ ਰਾਤ ਗੁਰੂ ਘਰ ਦੇ ਪੈਸੇ ਵਰਤਦੇ ਜੀ। ਬਾਬਾ ਹਰਬੰਸ ਸਿੰਘ ਕਹਿੰਦੇ ਗੱਲ ਸੁਣ, ਗੁਰੂ ਨਾਨਕ ਦੀ ਕਥਾ ਚੱਲ ਰਹੀ ਸੀ, ਦੀਵੇ 'ਚ ਤੇਲ ਪਾਇਆ ਸੀ ਤਾਂ ਸੰਗਤ ਨੇ ਸੁਣਨੀ ਸੀ ਕਥਾ। ਤੂੰ ਕਰਨੀ ਘਰ ਦੀ ਗੱਲ, ਘਰ ਦੀ ਗੱਲ ਤੂੰ ਮੂੰਹ ਨਾ ਕਰਨੀ ਹੈ, ਮੈਂ ਕੰਨਾਂ ਨਾਲ ਸੁਣ ਲੈਣੀ ਹੈ। ਗੁਰੂ ਘਰ ਦਾ ਤੇਲ ਕਿਉਂ ਬਾਲਣਾ ਕਹਿੰਦੇ। ਗੁਰੂ ਘਰ ਦਾ ਤੇਲ ਕਿਉਂ ਬਾਲਣਾ? ਤੂੰ ਮੂੰਹ ਨਾ ਕਹਿ ਦੇ, ਮੈਂ ਕੰਨਾਂ ਨਾਲ ਸੁਣ ਲੈਣਾ, ਮੈਂ ਅੱਗੋਂ ਤੈਨੂੰ ਉੱਤਰ ਦੇ ਦੇਣਾ ਜੀ। ਮਤਲਬ ਇੰਨੀ ਨਿਮਰਤਾ ਸਾਧ ਸੰਗਤ ਦੀ, ਇੰਨੀ ਸਾਦਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਇੰਨੀ ਸਾਦਗੀ ਜੀ, ਵਾਹਿਗੁਰੂ। ਇਹ ਬਾਬਾ ਹਰਬੰਸ ਸਿੰਘ ਜੀ, ਬਾਬਾ ਝੰਡਾ ਸਿੰਘ ਜੀ ਦੀ ਗੱਲ ਹੈ ਜੀ, ਕਾਰ ਸੇਵਾ ਵਾਲਿਆਂ ਦੀ ਜੀ। ਹਾਂਜੀ, ਧੰਨ ਤੁਮ ਹੈ ਧੰਨ ਗੁਰ ਤੁਮਾਰੋ। ਮੀਆਂ ਦੌਲਾ ਜੀ ਭਾਈ ਗੜੀਆ ਜੀ ਨੂੰ ਕਹਿਣ ਲੱਗੇ, ਭਾਈ ਗੜੀਆ ਤੂੰ ਤੇ ਧੰਨ, ਤੇਰਾ ਗੁਰੂ ਵੀ ਧੰਨ ਹੈ ਕਹਿੰਦੇ। ਹਾਂਜੀ, ਇਤੀ ਸ਼ਕਤ ਸਭ ਹਿਰਦੇ ਸਹਾਰੋ। ਇੰਨੀ ਵੱਡੀ ਸ਼ਕਤੀ ਸਮਰੱਥਾ ਨੂੰ ਜਰ ਕੇ ਰੱਖਿਆ ਤੁਸੀਂ। ਬੰਦੇ ਕੋ ਥੋੜੀ ਜਿਹੀ ਕਰਾਮਾਤ ਆ ਜੇ ਉਹ ਹੀ ਨਹੀਂ ਜਰੀ ਜਾਂਦੀ ਜੀ, ਤੁਸੀਂ ਸਭ ਕੁਝ ਜਰ ਕੇ ਰੱਖਿਆ। ਹਾਂਜੀ, ਗੜੀਏ ਕਹਿਓ ਨਾ ਗੁਰ ਘਰ ਕਮੀ। ਭਾਈ ਗੜੀਆ ਜੀ ਕਹਿੰਦੇ ਤੁਹਾਨੂੰ ਤਾਂ ਵਿਖਾਇਆ, ਗੁਰੂ ਘਰ 'ਚ ਕਮੀ ਨਹੀਂ ਹੈਗੀ ਕਿਸੇ ਗੱਲ ਦੀ, ਕਿਸੇ ਗੱਲ ਦੀ ਕਮੀ ਨਹੀਂ ਹੈਗੀ। ਹਾਂਜੀ, ਬਲ ਦੀਰਘ ਤੇ ਹੋਵਤ ਸ਼ਮੀ। ਭਾਰੀ ਬਲ ਹੁੰਦਿਆਂ ਹੋਇਆਂ ਵੀ ਸਾਨੂੰ ਗੁਰੂ ਸਾਹਿਬ ਨੇ ਇਹੋ ਉਪਦੇਸ਼ ਦਿੱਤਾ ਵੀ ਜਰ ਕੇ ਰਹਿਣਾ ਜੀ। ਤੁਸੀਂ ਨਿਤਨੇਮ ਕਰਦੇ ਹੋ, 5 ਪਾਠ ਜਪਜੀ ਸਾਹਿਬ ਦੇ ਕਰਦੇ ਹੋ, ਪਾਠ ਕਰਕੇ ਰੌਲਾ ਪਾਈ ਜਾਓ ਜੀ ਮੈਂ ਬੜਾ ਪਾਠ ਕਰਦਾ, ਮੈਂ ਅੰਮ੍ਰਿਤ ਵੇਲੇ ਦਾ ਪੱਕਾ ਨਿਤਨੇਮੀ ਆ, ਮੇਰੇ ਜਿੰਨੀ ਸੇਵਾ ਹੀ ਕੋਈ ਨਹੀਂ ਕਰਦਾ, ਤੇ ਸਮਝ ਲਿਓ ਇੱਕ ਅੱਧੇ ਦਿਨ ਦੀ ਖੇਡ ਹੈ, ਮੁੜ ਨਾਗੇ ਪੈ ਜਾਣਗੇ ਜੀ। ਭਾਈ ਗੜੀਆ ਜੀ ਕਹਿੰਦੇ ਸਾਨੂੰ ਸਿੱਖਿਆ ਹੀ ਇਹ ਦਿੱਤੀ ਹੈ ਵੀ ਸਭ ਕੁਝ ਹੋ ਕੇ ਵੀ ਇੰਝ ਰਹਿਣਾ ਜਿਵੇਂ ਕੁਝ ਨਹੀਂ ਹੈਗਾ ਜੀ। ਜਰਨਾ ਹੈ ਜੀ, ਜਰਨਾ ਹੈ। ਸ਼ੋਅ ਜਿਹਨੂੰ ਆਪਾਂ ਕਹਿੰਦੇ ਸ਼ੋਅ ਹੋਣ ਤੋਂ ਬਚਣਾ ਹੈ ਜੀ, ਸ਼ੋਅ ਹੋਣ ਤੋਂ ਬਚਣਾ। ਚੇਤਾ ਰੱਖਿਓ, ਜਿਹੜਾ ਬੀਜ ਧਰਤੀ ਦੇ ਹੇਠਾਂ ਰਹੇਗਾ ਉਹਨੂੰ ਹੀ ਫਲ ਲੱਗਦਾ, ਤੇ ਜਿਹੜਾ ਉੱਤੇ ਰਹਿੰਦਾ ਉਹਨੂੰ ਚਿੜੀਆਂ ਕਾਂ ਚੁੱਗ ਕੇ ਲੈ ਜਾਂਦੇ ਜੀ। ਇਸੇ ਤਰ੍ਹਾਂ ਜਿਹੜਾ ਪਾਠ ਕਰਕੇ ਦੂਜਿਆਂ ਨੂੰ ਸੁਣਾਇਆ, ਜਿਹੜੀ ਸੇਵਾ ਕਰਕੇ ਦੂਜਿਆਂ ਨੂੰ ਦੱਸੀ, ਜਿਹੜਾ ਸਿਮਰਨ ਕਰਕੇ ਦੂਜਿਆਂ ਨੂੰ ਦੱਸਿਆ, ਉਹ ਫਿਰ ਦੂਜਿਆਂ ਜੋਗਾ ਹੀ ਹੈ, ਤੁਹਾਡੇ ਜੋਗਾ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਫਿਰ ਦੂਜਿਆਂ ਜੋਗਾ ਹੀ ਹੈ, ਉਹਦਾ ਫਲ ਉਹੋ ਹੀ ਪਹੁੰਚਦਾ ਜਿਹੜਾ ਸੁਣਦਾ,
ਸਾਨੂੰ ਨਹੀਂ ਕੋਈ ਫਲ ਹੈਗਾ ਜੀ। ਇੱਕ ਦਿਨ ਬੰਦਾ ਕਹਿ ਦੇ ਮੈਂ ਅੰਮ੍ਰਿਤ ਵੇਲੇ ਸਵੇਰੇ ਉੱਠਦਾ, ਦੂਜੇ ਦਿਨ ਉੱਠ ਕੇ ਵਿਖਾਵੇ, ਦੂਜੇ ਦਿਨ ਨਹੀਂ ਉੱਠ ਸਕਦਾ ਸਾਧ ਸੰਗਤ ਜੀ। ਹਾਂਜੀ, ਇਮ ਕਹਿ ਦੌਲੇ ਤੇ ਹੋਏ ਵਿਦਾ। ਇਹ ਬਚਨ ਕਿਹਾ ਵੀ ਸਾਨੂੰ ਗੁਰੂ ਜੀ ਨੇ ਛੁਪੇ ਰਹਿਣ ਦੀ ਆਗਿਆ ਕੀਤੀ, ਛੁਪੇ ਰਹਿਣ ਦੀ। ਇਹ ਕਹਿ ਕੇ ਸਾਧ ਸੰਗਤ ਜੀ ਭਾਈ ਗੜੀਆ ਜੀ ਮੀਆਂ ਦੌਲਾ ਤੋਂ ਵਿਦਾ ਹੋਏ ਜੀ। ਹਾਂਜੀ, ਮਗ ਕਸ਼ਮੀਰ ਭਿਆਨਿਓ ਤਦਾ। ਤੇ ਕਸ਼ਮੀਰ ਦੇ ਰਸਤੇ ਨੂੰ ਤੁਰ ਪਏ। ਹੁਣ ਕਥਾ ਦੀ ਆਰੰਭਤਾ ਵਿੱਚ ਦਾਸ ਨੇ ਬੇਨਤੀ ਕੀਤੀ ਸੀ, ਮੁਖ 'ਚ ਨਾਮ, ਹਿਰਦੇ 'ਚ ਧਿਆਨ ਤੇ ਮੋਹ ਰਹਿਤ ਜੀਵਨ। ਆ ਗਈ ਨਾ ਜੀ ਗੱਲ ਉੱਥੇ ਜੀ, ਕੋਈ ਮੋਹ ਨਹੀਂ ਹੈਗਾ ਜੀ ਭਾਈ ਗੜੀਆ ਜੀ ਨੂੰ। ਹਾਂਜੀ, ਜਬ ਪਹੁੰਚਿਓ ਸਭ ਸੰਗਤ ਆਈ। ਜਦੋਂ ਭਾਈ ਗੜੀਆ ਜੀ ਕਸ਼ਮੀਰ ਪਹੁੰਚੇ, ਕਸ਼ਮੀਰ ਦੀਆਂ ਸੰਗਤਾਂ ਇਕੱਠੀਆਂ ਹੋ ਗਈਆਂ। ਕਰੇ ਭਾਉ ਕੋ ਸੀਸ ਨਿਵਾਈ। ਬੜੀ ਭਾਵਨਾ ਦੇ ਨਾਲ ਭਾਈ ਗੜੀਆ ਜੀ ਨੂੰ ਗੁਰੂ ਜੀ ਦਾ ਹੀ ਰੂਪ ਸਮਝ ਕੇ ਸੇਵਾ ਕੀਤੀ ਸਾਰਿਆਂ ਨੇ। ਹਾਂਜੀ, ਪਦ ਰਜ ਸੋ ਮੁਖ ਪਰ ਕਰ ਫਿਰਿਓ। ਭਾਈ ਗੜੀਆ ਜੀ ਦੇ ਚਰਨਾਂ ਦੀ ਧੂੜ ਆਪਣੇ ਮੁਖ ਤੇ ਲਾਈ। ਅਸੀਂ ਧੰਨ ਹੈ ਸਾਡੇ ਕੋਲ ਗੁਰੂ ਜੀ ਦਾ ਸਿੱਖ ਆਇਆ ਜੀ। ਹਾਂਜੀ, ਲਿਓ ਹੁਕਮਨਾਮਾ ਸਿਰ ਧਰਿਓ। ਤੇ ਗੁਰੂ ਸਾਹਿਬ ਨੇ ਹੁਕਮਨਾਮਾ ਲਿਖਿਆ ਸੀ ਕਸ਼ਮੀਰ ਦੀ ਸੰਗਤ ਨੂੰ ਵੀ ਭਾਈ ਗੜੀਆ ਜੀ ਸਾਡੇ ਰੂਪ ਨੇ, ਤੁਸੀਂ ਜਿੰਨੀ ਮਾਇਆ ਭਾਈ ਸਾਨੂੰ ਦੇਣੀ ਹੈ ਨਾ, ਉਹ ਭਾਈ ਗੜੀਆ ਜੀ ਨੂੰ ਦੇ ਦਿਓ। ਇਹ ਹੁਕਮਨਾਮਾ ਦਿੱਤਾ। ਸੰਗਤਾਂ ਨੇ ਹੁਕਮਨਾਮੇ ਦਾ ਸਤਿਕਾਰ ਕੀਤਾ ਜੀ। ਹਾਂਜੀ, ਪੜ ਕਰ ਸਭ ਔਰ ਆਨੰਦ ਭਰਿਓ। ਸੰਗਤਾਂ ਹੁਕਮਨਾਮਾ ਪੜ੍ਹ ਕੇ ਬਹੁਤ ਖੁਸ਼ ਹੋਈਆਂ ਜੀ। ਹਾਂਜੀ, ਗੁਰੂ ਪੁਰਬ ਸੰਗਤ ਨੇ ਕਰਿਓ। ਤੇ ਸਾਧ ਸੰਗਤ ਜੀ ਗੁਰਪੁਰਬ ਵੀ ਸੀ, ਗੁਰਪੁਰਬ ਸੀ। ਇਹ ਵੀ ਸੰਗਤ ਕਹਿੰਦੀ ਸੀ ਮਹਾਰਾਜ ਗੁਰਪੁਰਬ ਤੇ ਸਾਡੇ ਕੋਲ ਆਓ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਭਾਈ ਗੜੀਆ ਜੀ ਸਾਡਾ ਹੀ ਰੂਪ ਨੇ, ਗੁਰਪੁਰਬ ਇਹਨਾਂ ਨਾਲ ਮਨਾਓ ਸਾਰੇ। ਤੇ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਆ ਗਿਆ। ਬਹੁਤ ਖੁਸ਼ੀ ਨਾਲ ਗੁਰਪੁਰਬ ਮਨਾਇਆ ਸਾਰਿਆਂ ਨੇ। ਹਾਂਜੀ, ਕਰ ਇਕੱਠੀ ਗੁਰਕਾਰ ਕਦੀਦ। ਤੇ ਸਭ ਮਾਇਆ ਇਕੱਠੀ ਕੀਤੀ, ਇੱਕ ਰਸੀਦ ਲਿਖ ਦਿੱਤੀ ਜੀ। ਹਾਂਜੀ, ਦੇ ਕੈ ਸਰਬ ਲਿਖਾਏ ਰਸੀਦ। ਹਾਂਜੀ, ਗੜੀਏ ਦਰਬ ਪਾਏ ਗੁਰ ਡੇਰੇ। ਹਾਂਜੀ, ਨਾਨਾ ਭੋਜਨ ਕੀਨ ਕਨੇਰੇ। ਉਹ ਜਿੰਨੀ ਮਾਇਆ ਸੀ ਨਾ ਜੀ ਸੰਗਤਾਂ ਨੇ ਦਿੱਤੀ। ਭਾਈ ਗੜੀਆ ਜੀ ਨੇ ਇੱਕ ਰਸੀਦ ਬਣਾ ਲਿੱਤੀ ਜੀ। ਸੰਗਤ ਨੇ ਵੀ ਦਸਖਤ ਕਰ ਦਿੱਤੇ ਜੀ। ਹਾਂਜੀ, ਸਤ ਸੰਗਤ ਕੋ ਕਰ ਭੋਗ ਆਏ। ਹਾਂਜੀ, ਦਿਓ ਰੰਕ ਜੋ ਮੰਗਨ ਆਏ। ਪਰ ਹੁਣ ਕਮਾਲ ਦੀ ਗੱਲ ਇਹ ਹੈ, ਗੁਰਪੁਰਬ ਮਨਾਉਣਾ ਹੈ, ਮਾਇਆ ਤੇ ਆਉਂਦੇ ਹੀ ਦੇ ਦਿੱਤੀ ਜੀ। ਅਗਲੀ ਗੱਲ ਗੁਰਪੁਰਬ ਦੀ ਸੀਗੀ। ਗੁਰਪੁਰਬ ਮਨਾਉਣਾ ਤੇ ਗੁਰਪੁਰਬ ਵਾਸਤੇ ਸੰਗਤਾਂ ਕੋ ਬਹੁਤੀ ਮਾਇਆ ਨਹੀਂ ਸੀ ਹੈਗੀ ਜੀ। ਤੇ ਭਾਈ ਗੜੀਆ ਜੀ ਨੂੰ ਸੰਗਤਾਂ ਨੇ ਜਿਹੜੀ ਮਾਇਆ ਦਿੱਤੀ ਨਾ ਜੀ, ਭਾਈ ਗੜੀਆ ਜੀ ਨੇ ਸਾਰੀ ਮਾਇਆ ਦਾ ਹੀ ਗੁਰਪੁਰਬ ਮਨਾ ਦਿੱਤਾ ਜੀ। ਸਾਰੀ ਮਾਇਆ ਦਾ ਗੁਰਪੁਰਬ ਮਨਾ ਦਿੱਤਾ। ਨਾਲ ਗਰੀਬਾਂ ਨੂੰ ਵੀ ਲੰਗਰ ਖੂਬ ਛਕਾਇਆ ਜੀ। ਹਾਂਜੀ, ਕਰਿਓ ਖਰਚ ਜੇਤਕ ਗੁਰ ਦਰਬਾਰ। ਜਿੰਨੀ ਮਾਇਆ ਗੁਰੂ ਸਾਹਿਬ ਦੀ ਸੀ, ਗੁਜਰਾਤ ਤੋਂ ਵੀ ਮਿਲੀ, ਸਾਰੀ ਮਾਇਆ ਲਾ ਕੇ ਬੜੇ ਵੱਡੇ ਪੱਧਰ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਇਆ ਜੀ। ਹਾਂਜੀ, ਪੁਰ ਕਸ਼ਮੀਰ ਵਿਖੈ ਸੋ ਸਰਬਾ। ਕਸ਼ਮੀਰ ਦੇ ਵਿੱਚ ਫਿਰ ਪਹਿਲੀ ਵਾਰੀ ਇੰਨੇ ਵੱਡੇ ਪੱਧਰ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਇਆ ਗਿਆ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਗੁਰਪੁਰਬ ਤੇ ਕਮੀ ਨਹੀਂ ਰੱਖਣੀ ਚਾਹੀਦੀ ਜੀ, ਕਮੀ ਨਹੀਂ ਰੱਖਣੀ ਚਾਹੀਦੀ। ਜਿੰਨੀ ਕਿਸੇ ਕੋ ਸਰਦਾ ਬਣਦਾ ਬੰਦਾ ਵੱਧ ਤੋਂ ਵੱਧ ਕੋਸ਼ਿਸ਼ ਕਰੇ ਜੀ। ਹਾਂਜੀ, ਹਟ ਆਇਓ ਗੁਰਦਰਸ਼ਨ ਕੀਨਾ। ਵਾਪਸ ਆ ਗਏ ਜੀ ਸ੍ਰੀ ਹਰਗੋਬਿੰਦਪੁਰ। ਵਾਪਸ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਜੀ। ਪਰਿਓ ਚਰਨ ਪਰ ਪ੍ਰੇਮ ਪਰਬੀਨਾ। ਬੜੇ ਹੀ ਪਿਆਰ ਦੇ ਨਾਲ ਭਾਈ ਗੜੀਆ ਜੀ ਗੁਰੂ ਜੀ ਦੇ ਚਰਨਾਂ ਤੇ ਆ ਕੇ ਸਿਰ ਰੱਖਿਆ ਜੀ। ਹਾਂਜੀ, ਬੁਝਿਓ ਸਤਿਗੁਰ ਕਹੋ ਕਿਆ ਲਿਆਇਓ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਕਹਿਣ ਲੱਗੇ ਵੀ ਦੱਸੋ ਕੀ ਲੈ ਕੇ ਆਏ ਹੋ। ਸੰਗਤਾਂ ਨੇ ਮਾਇਆ ਦਿੱਤੀ ਹੋਏਗੀ।
ਹਾਂਜੀ। ਕਿਆ ਸੰਗਤ ਨੇ ਤੁਵ ਅਰਪਾਇਓ, ਸੰਗਤ ਨੇ ਤੁਹਾਨੂੰ ਕੀ ਭੇਟ ਕੀਤਾ? ਹਾਂਜੀ। ਕਹਿਤ ਭਇਓ ਸੁਨ ਸ਼੍ਰੀ ਗੁਰ ਸੁਆਮੀ, ਹਾਂਜੀ। ਸਭ ਜਾਣਤ ਤੁਮ ਅੰਤਰ ਜਾਮੀ। ਤੇ ਭਾਈ ਗੜੀਆ ਜੀ ਦੇ ਕੋਲ ਤੇ ਹੁਣ ਕੁਝ ਵੀ ਨਹੀਂ ਸੀਗਾ ਹੈਗਾ ਜੀ ਦੇਣ ਨੂੰ ਜੀ। ਸਭ ਕੁਝ ਹੀ ਗੁਰਪੁਰਬ ਤੇ ਖਰਚ ਦਿੱਤਾ ਸੀਗਾ ਜੀ। ਤੇ ਭਾਈ ਗੜੀਆ ਜੀ ਗੁਰੂ ਹਰਗੋਬਿੰਦ ਸਾਹਿਬ ਅੱਗੇ ਹੱਥ ਜੋੜ ਕੇ ਕਹਿੰਦੇ, ਸਤਿਗੁਰੂ ਮਹਾਰਾਜ ਤੁਸੀਂ ਸਾਰੀ ਗੱਲ ਜਾਣਦੇ ਹੋ, ਜੋ ਹੋਇਆ ਉਹ ਆਪ ਜੀ ਨੂੰ ਪਤਾ। ਹਾਂਜੀ। ਗੁਰ ਪੂਜਾ ਜੋ ਸਿੱਖਨ ਦੀਨੀ, ਸੋ ਮੈਂ ਤੁਮ ਕੋ ਅਰਪਨ ਕੀਨੀ। ਸੱਚੇ ਪਾਤਸ਼ਾਹ, ਸਿੱਖਾਂ ਨੇ ਜਿਹੜੀ ਮਾਇਆ ਮੈਨੂੰ ਭੇਟਾ ਕੀਤੀ ਉਹ ਮੈਂ ਤੁਹਾਨੂੰ ਸਿੱਧੀ ਪਹਿਲਾਂ ਹੀ ਦੇ ਦਿੱਤੀ ਹੈ, ਸਿੱਧੀ ਦੇ ਦਿੱਤੀ ਪਹਿਲਾਂ। ਹਾਂਜੀ। ਕਰ ਗੁਰ ਪੁਰਬ ਸਿੱਖ ਤ੍ਰਿਪਤਾਏ, ਹਾਂਜੀ। ਤੁਮ ਸਭ ਘਟ ਭੋਗੀ ਸੁਖ ਪਾਏ। ਸੱਚੇ ਪਾਤਸ਼ਾਹ ਗੁਰਪੁਰਬ ਮਨਾ ਲਿਆ ਤੇ ਮਹਾਰਾਜ ਤੁਹਾਡੀਆਂ ਸੰਗਤਾਂ ਬਹੁਤ ਖੁਸ਼ ਹੋਈਆਂ ਤੇ ਮੈਂ ਤੇ ਮਾਇਆ ਸਿੱਧੀ ਤੁਹਾਨੂੰ ਦੇ ਦਿੱਤੀ ਪਹਿਲਾਂ ਹੀ ਜੀ। ਇਹਦਾ ਭਾਵ ਸੁਣਿਓ, ਜਿਹੜੀ ਤੁਸੀਂ ਗੁਰਪੁਰਬ ਦੇ ਉੱਤੇ ਮਾਇਆ ਖਰਚਦੇ ਹੋ ਉਹ ਮਾਇਆ ਸਿੱਧੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਹੀ ਆਉਂਦੀ ਹੈ ਜੀ। ਭਾਵ ਗੁਰੂ ਸਾਹਿਬ ਜੀ ਦੇ ਕੋਲ ਆਉਂਦੀ ਹੈ ਜੀ। ਹਾਂਜੀ। ਸੁਨ ਕਰ ਸਤਿਗੁਰ ਬਿਗਸਨ ਕੀਨਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਫਿਰ ਖੁਸ਼ ਹੋਏ ਜੀ, ਪ੍ਰਸੰਨ ਹੋਏ ਸਿੱਖ ਦੀ ਇਹ ਗੱਲ ਸੁਣ ਕੇ ਜੀ। ਹਾਂਜੀ। ਭਲੀ ਕਰੀ ਤੈਂ ਸਿੱਖ ਪਰਬੀਨਾ। ਆਖੋ ਵਾਹਿਗੁਰੂ। ਉਹ ਲਾਗੇ ਸਿੱਖ ਬੈਠਾ ਸੀ ਜਿਹਨੇ ਲਿਖਣਾ ਹੁੰਦਾ ਸੀਗਾ ਵੀ ਆਹ ਸਿੱਖ ਗਿਆ ਇੰਨੀ ਮਾਇਆ ਲੈ ਕੇ ਆਇਆ, ਆਹ ਸਿੱਖ ਗਿਆ ਇੰਨੀ ਮਾਇਆ ਲੈ ਕੇ ਆਇਆ। ਮਹਾਰਾਜ ਉਸ ਸਿੱਖ ਨੂੰ ਕਹਿਣ ਲੱਗੇ, ਲਿਖ ਦੇ, ਭਾਈ ਗੜੀਏ ਦੀ ਮਾਇਆ ਸਿੱਧੀ ਸਾਡੇ ਕੋਲ ਆ ਗਈ ਕਹਿਣ ਲੱਗੇ। ਭਾਈ ਗੜੀਏ ਨੇ ਬਹੁਤ ਚੰਗਾ ਕੀਤਾ ਕਹਿੰਦੇ। ਹਾਂਜੀ। ਸਰਬ ਮਸੰਦ ਜੇ ਗੁਰ ਅਗਵਾਈ, ਸਭ ਹਿਨਸੋਂ ਕਹਿ ਸਮਝਾਈ। ਤੇ ਜਿੰਨੇ ਵੀ ਮਸੰਦ ਸਤਿਗੁਰੂ ਜੀ ਦੇ ਪਾਸ ਬੈਠੇ ਸੀ ਨਾ, ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰਿਆਂ ਨੂੰ ਕਿਹਾ, ਸਿੱਖੋ ਗੁਰਪੁਰਬ ਮਨਾਉਣ ਵਾਸਤੇ ਕਦੀ ਸਾਡੇ ਕੋਲ ਨਹੀਂ ਆਉਣਾ, ਮਾਇਆ ਦਾ ਹਿਸਾਬ ਦੇਣ ਵਾਸਤੇ। ਗੁਰਪੁਰਬ ਵਿੱਚ ਜਿੰਨੀ ਮਾਇਆ ਲੱਗਦੀ ਹੈ ਉਹ ਸਮਝੋ ਸਾਰੀ ਸਫਲੀ ਹੈ ਤੇ ਸਾਡੇ ਕੋਲ ਪਹੁੰਚ ਗਈ ਕਹਿਣ ਲੱਗੇ। ਸੰਗ ਨਹੀਂ ਕਰਨੀ ਵੀ ਸ਼ਾਇਦ ਗੁਰੂ ਜੀ ਕਹਿਣਗੇ ਵੀ ਇਹ ਮਾਇਆ ਕਿਉਂ ਇੰਨੀ ਖਰਚੀ। ਮਹਾਰਾਜ ਕਹਿੰਦੇ ਨਹੀਂ, ਗੁਰਪੁਰਬ ਤੇ ਜਿੰਨੀ ਹੋ ਸਕੇ ਉਨੀ ਖਰਚੋ ਜੀ। ਹੁਣ ਵੇਖੋ ਨਾ ਜੀ, ਹਰ ਇੱਕ ਦੇ ਆਪਣੇ ਮਨ ਦਾ ਭਾਵ ਹੈਗਾ ਜੀ। ਮੁੰਬਈ ਦੇ ਵਿੱਚ ਇੱਕ ਸਿੰਘ ਨੇ, ਪਿੱਛੇ ਜਿਹੇ ਉਹ ਮੈਨੂੰ ਮਿਲੇ, ਅਸੀਂ ਕਿਤੇ ਵਿਆਹ ਦੇ ਵਿੱਚ ਗਏ ਸਾਂ। ਭਾਟੀਆ ਜੀ ਕਹਿੰਦੇ ਉਹਨਾਂ ਨੂੰ ਜੀ, ਜਿਹੜੀ ਹਰਿਮੰਦਰ ਸਾਹਿਬ ਦੀ ਡੈਕੋਰੇਸ਼ਨ ਹੁੰਦੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੇ ਜੀ, ਤੁਸੀਂ ਬੜੀ ਵਾਰੀ ਵੇਖਿਆ ਜੀ, ਉਹ ਲੱਖਾਂ ਦੇ ਫੁੱਲ ਲੱਗਦੇ ਜੀ, ਲੱਖਾਂ ਕਰੋੜਾਂ ਦੇ ਜੀ। ਬਾਹਰ ਦੇ ਸੂਬਿਆਂ ਤੋਂ ਵੀ ਫੁੱਲ ਲਿਆ ਕੇ ਉੱਥੇ ਲਾਉਂਦੇ ਜੀ। ਤੇ ਗੁਰੂ ਰਾਮਦਾਸ ਜੀ ਦਾ ਘਰ ਬਹੁਤ ਸੋਹਣਾ ਸਜਾਇਆ ਜਾਂਦਾ ਜੀ, ਬਹੁਤ ਸੋਹਣਾ ਸਜਾਇਆ ਜਾਂਦਾ। ਲੋਕ ਉਹ ਸਜਾਵਟ ਵੇਖਣ ਵਾਸਤੇ ਦੂਰੋਂ ਦੂਰੋਂ ਆਉਂਦੇ ਆ ਜੀ। ਹਾਂਜੀ। ਤੇ ਮੈਂ ਇੱਕ ਸਿੰਘ ਨੂੰ, ਕਥਾ ਕਰਨ ਵਾਲੇ ਨੂੰ ਸੁਣ ਰਿਹਾ ਸੀ, ਉਹ ਕਹਿੰਦਾ ਇੰਨੀ ਮਾਇਆ ਲਾਈਏ ਵੇਸਟ ਹੀ ਹੈ ਸਾਰੀ। ਹੈਂ, ਇੰਨੀ ਮਾਇਆ ਲਾਈ ਵੇਸਟ ਹੈ, ਕਿਸੇ ਗਰੀਬ ਦੀ ਧੀ ਦਾ ਵਿਆਹ ਕਰਾ ਦਿਓ। ਹਾਂਜੀ। ਤੇ ਮੈਂ ਮਨ 'ਚ ਸੋਚਿਆ ਵੀ ਵਿਆਹਾਂ ਤੇ ਵੀ ਤਾਂ ਲੋਕੀ ਕਰੋੜਾਂ ਰੁਪਈਏ ਲਾਉਂਦੇ ਆ, ਉਦੋਂ ਤਾਂ ਨਹੀਂ ਕੋਈ ਕਹਿੰਦਾ ਵੀ ਕਿਸੇ ਗਰੀਬ ਦੀ ਧੀ ਦਾ ਵਿਆਹ ਕਰਾਓ। ਉੱਥੇ ਤੇ ਆਪ ਵੀ ਵਿੱਚ ਸ਼ਾਮਲ ਹੁੰਦੇ ਆ। ਉਦੋਂ ਤੇ ਕੋਈ ਕਿਤੇ ਨਹੀਂ ਕਹਿੰਦਾ ਵੀ ਗਰੀਬ ਦੀ ਧੀ ਦਾ ਵਿਆਹ ਕਰਾਓ। ਤੇ ਜੇ ਕਿਸੇ ਸਿੱਖ ਨੇ ਭਾਵਨਾ ਚਾਹ ਕੇ ਗੁਰੂ ਦਾ ਘਰ ਸਜਾ ਦਿੱਤਾ ਤੇ ਉੱਥੇ ਗਿਆਨ ਘੁੱਟਣ ਲੱਗ ਪੈਂਦੇ ਜੀ ਸਾਰੇ। ਉੱਥੇ ਆਪਣੀ ਪੇਸ਼ਕਾਰੀ ਕਰਨ ਲੱਗ ਪੈਂਦੇ ਆ। ਸੰਗਤ ਜੀ ਨਹੀਂ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਹੈ, ਗੁਰਪੁਰਬ ਤੇ ਜਿੰਨੀ ਮਾਇਆ ਖਰਚੀ ਜਾਵੇ ਭਲਾਈ ਹੈ। ਲੰਗਰ ਲਾਓ, ਗੁਰੂ ਦਾ ਗੁਰਪੁਰਬ ਮਨਾਓ, ਭਲਾ ਹੋਵੇਗਾ ਜੀ।
ਤੇ ਭਾਈ ਗੁਰਦਾਸ ਜੀ ਦੀ ਇੱਕ ਪੰਕਤੀ ਕਹਿ ਕੇ ਮੈਂ ਖਿਮਾ ਮੰਗ ਲਵਾਂ। ਭਾਈ ਗੁਰਦਾਸ ਜੀ ਕਹਿੰਦੇ ਮੈਂ ਤੇ ਕੁਰਬਾਨ ਹੀ ਜਾਂਦਾ ਵਾਂ ਉਹਨਾਂ ਸਿੱਖਾਂ ਤੋਂ ਜਿਹੜੇ ਪ੍ਰੇਮ ਭਾਵ ਦੇ ਨਾਲ ਗੁਰੂ ਜੀ ਦਾ ਪੁਰਬ ਮਨਾਉਂਦੇ ਹੈ ਜੀ। ਕੁਰਬਾਨੀ ਤਿਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨਗੇ। ਗੱਜ ਕੇ ਆਖੋ ਵਾਹਿਗੁਰੂ। ਆ ਬੱਚਿਆਂ ਨੂੰ ਕਹੋ ਹੌਲੀ ਬੋਲੋ, ਗੱਜ ਕੇ ਆਖੋ ਵਾਹਿਗੁਰੂ। ਹੁਣ ਉਹਦਾ ਕਾਰਨ ਹੈ ਜੀ, ਮੈਂ ਨਾਮ ਨਹੀਂ ਲੈਂਦਾ, ਪਰ ਮੈਂ ਇੱਕ ਸਿੱਖ ਦਾ ਹਿਰਦਾ ਦੱਸਦਾ ਜੀ। ਗੁਰੂ ਅਮਰਦਾਸ ਜੀ ਦੀ ਕਥਾ ਸੁਣੀ ਜੀ। ਤਈਏ ਤਾਪ ਦੀ ਉਹ ਕਥਾ ਸੀ। ਕਰੋਨਾ ਕਾਲ ਚੱਲ ਰਿਹਾ ਸੀ ਤੇ ਉਸ ਸਿੱਖ ਦਾ ਦੁੱਖ ਦੂਰ ਹੋ ਗਿਆ ਜੀ। ਆਪਣੀ ਸੰਗਤ ਦੇ ਨੇ ਉਹ ਤੇ ਆਪਣੀ ਕਿਰਤ ਕਰਕੇ ਦਸਵੰਧ ਕੱਢ ਕੇ ਤੇ ਜਦੋਂ ਗੁਰੂ ਅਮਰਦਾਸ ਜੀ ਦਾ ਗੁਰਪੁਰਬ ਆਉਣਾ ਸੀ ਨਾ ਜੀ, 11,000 ਰੁਪਈਆ ਉਹਨਾਂ ਨੇ ਲਿਆ ਕੇ ਸਾਨੂੰ ਦਿੱਤਾ ਜੀ। ਕਹਿੰਦੇ ਵੀ ਗੁਰਪੁਰਬ ਚਾਅ ਨਾ ਮਨਾਉਣਾ ਜੀ, ਸੰਗਤ ਨੂੰ ਵਧੀਆ ਪਦਾਰਥ ਛਕਾਓ ਜੀ। ਹਾਂਜੀ, ਹੁਣ ਇਹਦਾ ਭਾਵ ਸਮਝਿਓ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਮੈਂ ਕਦੀ ਤੁਹਾਡੇ ਕੋਲ ਸਿੱਖੋ ਮਸੰਦੋ ਸਾਹਿਬ ਨਹੀਂ ਮੰਗਾਂਗਾ, ਪਰ ਗੁਰਪੁਰਬ ਚੜ੍ਹਦੀ ਕਲਾ ਨਾਲ ਮਨਾਇਓ। ਕਹਿੰਦੇ ਗੁਰਪੁਰਬ ਵਧੀਆ ਮਨਾਇਓ। ਤੇ ਕੱਲਾ ਮਸੰਦਾਂ ਨੇ ਨਹੀਂ ਮਨਾਉਣਾ ਹੁੰਦਾ, ਹਰ ਸਿੱਖ ਦਾ ਫਰਜ਼ ਹੈ ਗੁਰੂ ਜੀ ਦਾ ਪੁਰਬ ਮਨਾਉਣਾ ਜੀ। ਗੁਰੂ ਜੀ ਦਾ ਪੁਰਬ ਮਨਾਉਣਾ। ਇਸ ਕਰਕੇ ਇਤਿਹਾਸ 'ਚ ਬਚਨ ਆਉਂਦੇ ਆ, ਜਥਾ ਸ਼ਕਤ ਥੋਰੋ ਮੈਂ ਥੋਰ। ਜਥਾ ਸ਼ਕਤ ਕਹਿੰਦੇ ਆ ਜਿੰਨੀ ਪਹੁੰਚ ਹੈ ਬੰਦੇ ਦੀ, ਸਮਰੱਥਾ ਹੈ। ਕਹਿੰਦੇ ਜਿੰਨੀ ਤੁਹਾਡੀ ਸਮਰੱਥਾ ਹੈ ਨਾ, ਉਹਦੇ ਚੋਂ ਥੋੜਾ, ਅੱਗੋਂ ਉਹਦੇ ਚੋਂ ਵੀ ਥੋੜਾ ਯਤਨ ਕਰੋ, ਪਰ ਸਿੱਖੋ ਗੁਰੂ ਦੇ ਗੁਰਪੁਰਬ ਨੂੰ ਜ਼ਰੂਰ ਮਨਾਇਆ ਕਰੋ। ਕਹਿੰਦੇ ਮਹਾਰਾਜ ਨੇ ਸਿੱਖ ਨੂੰ ਕਿਹਾ ਭਾਈ ਗੜੀਏ ਵਾਲੇ ਵਹੀ ਖਾਤੇ 'ਚ ਲਿਖ ਦਿਓ, ਭਾਈ ਗੜੀਏ ਦੀ ਮਾਇਆ ਸਿੱਧੀ ਸਾਡੇ ਕੋਲ ਆ ਗਈ। ਕਹਿੰਦੇ ਸੋ ਮਹਾਰਾਜ ਕਿਰਪਾ ਕਰਨ। ਭਾਈ ਗੁਰਦਾਸ ਜੀ ਲਿਖਦੇ ਆ, ਕੁਰਬਾਨੀ ਤਿਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਤੇ ਮੈਂ ਸ਼ਾਇਦ ਪਿੱਛੇ ਜਿਹੇ ਵੀ ਉਦਾਹਰਨ ਦਿੱਤੀ ਸੀ, ਸਾਡੇ ਅੰਮ੍ਰਿਤਸਰ ਵਿੱਚ ਹੀ ਫੁੱਲਿਆਂ ਦੀ ਰੇਹੜੀ, ਫੁੱਲਿਆਂ ਦੀ ਜੀ, ਭਾਈ ਅਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਨੇ ਮੈਨੂੰ ਇਹ ਗੱਲ ਸੁਣਾਈ। ਕਹਿੰਦੇ ਉਹਦੀ ਫੁੱਲਿਆਂ ਦੀ ਰੇਹੜੀ ਸੀ, ਉਹਦੇ ਮਨ 'ਚ ਚਾਅ ਆਇਆ ਵੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਹੈ ਤੇ ਮੈਂ ਵੀ ਆਪਣੇ ਘਰ ਗੁਰਪੁਰਬ ਮਨਾਉਣਾ। ਤੇ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ ਜੀ ਨਾਲ ਉਹਨਾਂ ਨੇ ਗੱਲ ਕੀਤੀ। ਹੁਣ ਇਹ ਵੀ ਬੜਾ ਰੱਖਦੇ ਆ ਲੋਕ ਵੀ ਰਾਗੀ ਪੈਸੇ ਬਹੁਤ ਲੈਂਦੇ ਆ, ਹਾਂਜੀ, ਪਰ ਉਸ ਸਿੱਖ ਨੇ ਜਦੋਂ ਗੱਲ ਕੀਤੀ, ਭਾਈ ਕਰਨੈਲ ਸਿੰਘ ਜੀ ਕਹਿੰਦੇ ਤੂੰ ਗੁਰਪੁਰਬ ਮਨਾ, ਮੈਂ ਫ੍ਰੀ ਕੀਰਤਨ ਕਰਾਂਗਾ ਆ ਕੇ, ਕੋਈ ਪੈਸੇ ਨਹੀਂ ਲਵਾਂਗਾ, ਤੂੰ ਮਹਾਰਾਜ ਦਾ ਗੁਰਪੁਰਬ ਮਨਾ ਆਪਣੇ ਘਰ। ਉਹਨੇ ਆਪਣੇ ਘਰ ਗੁਰਪੁਰਬ ਮਨਾਇਆ ਸਾਧ ਸੰਗਤ ਜੀ। ਸੋ ਵੱਡੇ ਭਾਗ ਹੁੰਦੇ ਆ, ਇਹੋ ਜਿਹੇ ਫੁਰਨੇ ਬਣਦੇ ਆ। ਤੇ ਸਾਨੂੰ ਤੇ ਮਹਾਰਾਜ ਨੇ ਕਿੰਨੀ ਸੋਹਣੀ ਥਾਂ ਬਖਸ਼ਿਸ਼ ਕੀਤੀ ਹੈ, ਕਿੰਨਾ ਸੋਹਣਾ ਸਤਸੰਗ ਦਾ ਮਾਹੌਲ ਬਖਸ਼ਿਸ਼ ਕੀਤਾ। ਆਪਾਂ ਇੱਥੇ ਚਾਅ ਨਾਲ ਗੁਰਪੁਰਬ ਮਨਾਈਏ। ਧਰਮਸ਼ਾਲਾ ਹੈ ਹੀ ਇਹਦਾ ਨਾਮ ਹੈ ਜੀ। ਸੋ ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ, ਬਖਸ਼ਿਸ਼ ਕਰਨ। ਇਸ ਤਰੀਕੇ ਨਾਲ ਭਾਈ ਗੜੀਆ ਜੀ ਨੇ ਸਿੱਖੀ ਕਮਾਈ ਜੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ, ਭਾਈ ਗੜੀਆ ਜੀ ਬਾਬਾ ਬਕਾਲਾ ਸਾਹਿਬ ਪਹੁੰਚੇ ਸੀਗੇ ਜੀ। ਇਹਦੇ ਤੋਂ ਅੱਗੇ ਕਥਾ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। 2-4 ਮਿੰਟ ਜਿਹੜੇ ਪਏ ਆ, ਆਓ ਪਿਆਰਿਓ ਨਾਮ ਵਿੱਚ ਸੁਰਤੀਆਂ ਜੋੜੀਏ। ਮੁਖ ਵਿੱਚ ਨਾਮ, ਹਿਰਦੇ 'ਚ ਗੁਰੂ ਜੀ ਦਾ ਧਿਆਨ, ਮੋਹ ਰਹਿਤ ਜੀਵਨ, ਇਹੋ ਹੀ ਵੱਡੀ ਗੁਰਮਤਿ ਹੈ। ਇਹਦੇ ਤੋਂ ਉੱਤੇ ਹੋਰ ਜਿੰਨੀ ਵੀ ਬਚਨ ਨੇ ਉਹ ਇਹਦੇ ਵਿੱਚ ਹੀ ਆਉਂਦੇ ਆ ਸਾਰੇ ਜੀ। ਸੋ ਆਓ ਪ੍ਰੇਮ ਨਾਲ ਸੁਰਤੀਆਂ ਜੋੜੀਏ ਗੁਰੂ ਜੀ ਦੇ ਚਰਨਾਂ ਵਿੱਚ। ਜਿੰਨਾ ਸਮਾਂ ਨਾਮ ਜਪਣਾ ਕੋਸ਼ਿਸ਼ ਕਰਿਓ ਅੱਖਾਂ ਬੰਦ ਕਰਕੇ ਰੱਖਿਓ। ਬੱਚਿਆਂ ਨੂੰ ਮੇਰੀ ਬੇਨਤੀ ਹੈ ਵੀ ਹੌਲੀ ਬੋਲਿਓ,
ਆਵਾਜ਼ ਰਲਾ ਕੇ ਬੋਲਿਓ ਪਿਆਰ ਨਾਲ ਸਾਰੇ। ਸਤਿ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਗੁਰੂ ਜੀ ਮਿਹਰ ਕਰਨ, ਅਸੀਂ ਵਾਕਈ ਗੁਰੂ ਜੀ ਦੀ ਮੱਤ ਨੂੰ ਕਮਾ ਸਕੀਏ। ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਸੀਂ ਅਰਦਾਸ ਕਰਨੀ ਹੈ, ਕਿਉਂਕਿ ਇੱਥੇ ਆਪਣਾ ਜ਼ੋਰ ਕੋਈ ਨਹੀਂ ਹੈ। ਸਾਧ ਸੰਗਤ ਜੀ, ਇੱਥੇ ਜਿਹੜਾ ਅਰਦਾਸ ਕਰਦਾ ਤਰਲੇ ਲਈ ਜਾਂਦਾ ਉਹਦੀ ਮਹਾਰਾਜ ਸੁਣ ਲੈਂਦੇ ਆ ਜੀ। ਇਸ ਕਰਕੇ ਅਰਦਾਸ ਬੇਨਤੀ ਕਰਨੀ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।